किसान अंदोलन के मुद्दे ते जिथे किसान जथेबंदियां लड़ाई लड़ रही हैं, दूजे पासे ये भी है कि जिहड़ियां राजसी तरह हमायत कर रही हैं इस अंदोलन की, किते बार बार ये गल उभर के सामने क्यों आ रही है कि राजसी रोटियां भी सेकियां जा रही हैं किसान अंदोलन के नां ते। कोई भी राजनीतिक पार्टी किसान अंदोलन नाल खह के नहीं चल सकती ਜਾਂ ਉਹਦਾ ਵਿਰੋਧ ਕਰਨਾ ਅਫੋਰਡ ਹੀ ਨਹੀਂ ਕਰ ਸਕਦੀ। ਵਿਸ਼ਵੀਕਰਨ ਦੀਆਂ ਨੀਤੀਆਂ ਦੇ ਅੰਡਰ ਜਿਹੜਾ ਸੀਗਾ 1990 ਤੋਂ ਲੈ ਕੇ ਹੁਣ ਤੱਕ ਲਗਭਗ 4 ਲੱਖ ਕਿਸਾਨ ਹਿੰਦੁਸਤਾਨ ਦਾ ਉਹਦੇ 'ਚ ਮਰ ਚੁੱਕੇ ਹੈ, ਖੁਦਕੁਸ਼ੀਆਂ ਕਰ ਚੁੱਕੇ ਹੈ। ਔਰ ਉਹ ਨੀਤੀਆਂ ਕਿਹੜੀਆਂ ਸਰਕਾਰਾਂ ਨੇ ਸ਼ੁਰੂ ਕੀਤੀਆਂ ਸੀਗੀਆਂ। ਉਸ ਤੋਂ ਪਹਿਲਾਂ ਜੇ ਆਪਾਂ ਰਾਜੀਵ ਗਾਂਧੀ ਦੀ ਗੱਲ ਕਰੀਏ ਔਰ ਡਾਕਟਰ ਮਨਮੋਹਨ ਸਿੰਘ ਹੋਰਾਂ ਦੀਆਂ ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਨੇ ਉਹ ਗੱਲ ਕਰੀਏ, ਉਸ ਤੋਂ ਬਾਅਦ ਅਗਲੀ ਕੜੀ ਦੇ ਵਿੱਚ ਜਿਹੜੀ ਹੈਗੀ ਆ ਬੀਜੇਪੀ ਉਹਦੇ 'ਚ ਸ਼ਾਮਲ ਹੁੰਦੀ ਹੈ। ਇੱਕ ਪਾਸੇ ਕਾਂਗਰਸ ਪਾਰਟੀ ਜਿਹਦੇ ਮੁੱਖ ਮੰਤਰੀ ਉਸ ਕਮੇਟੀ ਦੇ ਮੈਂਬਰ ਸੀ, ਆਰਡੀਨੈਂਸ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਸਾਹਿਬ ਜਾਂਦੇ ਰਹੇ, ਕਦੇ ਸੂਬੇ ਨੂੰ ਨਹੀਂ ਦੱਸਿਆ ਕਿ ਐਸੇ ਕੋਈ ਕਾਨੂੰਨ ਆ ਰਹੇ ਨੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇਸ਼ ਦੀ ਉਹ ਪਹਿਲੀ ਪਾਰਟੀ ਹੈ ਜਿਹਨੇ ਇਹ ਕਾਨੂੰਨ ਦਿੱਲੀ ਦੇ ਵਿੱਚ ਨੋਟੀਫਾਈ ਕੀਤੇ, ਲਾਗੂ ਕੀਤੇ। ਭਾਜਪਾ ਨੇ ਪੰਜਾਬ ਵਿੱਚ ਸ਼ੁਰੂ ਤੋਂ ਹੀ ਥੋੜੀ ਜਿਹੀ ਲਾਈਨ ਗਲਤ ਲੈ ਲਈ ਹੈ। ਭਾਜਪਾ ਨੂੰ ਗਲਤ ਲਾਈਨ ਦਵਾਈ ਸੈਂਟਰ ਨੇ ਦਵਾਈ ਜਾਂ ਕਿਹਨੇ ਦਵਾਈ ਜਾਂ ਕਿਹਦੇ ਕਹਿਣ ਤੋਂ ਉਹਨਾਂ ਨੇ ਇਹ ਲਾਈਨ ਲਈ, ਹੁਣ ਉਹਨਾਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਜੇ ਮੰਨ ਲਓ ਹੁਣ ਅੱਜ ਕਾਂਗਰਸ ਹੁੰਦੀ ਤਾਂ ਕਾਂਗਰਸ ਨੇ ਵੀ ਇਹੀ ਗੱਲ ਕਰਨੀ ਸੀਗੀ, ਇਹੀ ਕਾਨੂੰਨ ਲਾਗੂ ਕਰਨੇ ਸੀਗੇ। ਉਹਨਾਂ ਨੇ ਹੋ ਸਕਦਾ ਕਿ ਲੁਕੋ ਛਿਪੋ ਕੇ ਕਰਨੇ ਸੀਗੇ। ਇਹਨਾਂ ਦੇ ਭਗਵੰਤ ਮਾਨ ਸਾਹਿਬ ਜਦੋਂ ਲੋਕ ਸਭਾ ਦੇ ਵਿੱਚ ਬਿੱਲਾਂ ਦੇ ਖਿਲਾਫ VOTING ਹੋਈ, ਉਹ VOTING ਤੱਕ ਦੇ ਵਿੱਚ ਪ੍ਰੈਜ਼ੈਂਟ ਨਹੀਂ ਸੀ। ਔਰ ਹੁਣ ਤਾਂ ਲੇਟੈਸਟ ਇਹ ਮਿੰਟਸ ਆਫ ਮੀਟਿੰਗ ਦੀ ਗੱਲ ਕਰਦੇ ਨੇ। ਮੈਂ ਤਾਂ ਪੁੱਛੂਗਾ ਕਿ ਜਿਹੜਾ ਤਿੰਨਾਂ ਚੋਂ ਇੱਕ ਸਟੈਂਡਿੰਗ ਕਮੇਟੀ ਨੇ ਇੱਕ ਕਾਨੂੰਨ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਹੈ, ਉਹਦੇ ਭਗਵੰਤ ਮਾਨ ਸਾਹਿਬ ਮੈਂਬਰ ਹੈ, ਮਿੰਟਸ ਬਾਹਰ ਆ ਚੁੱਕੇ ਨੇ, ਕਿਤੇ ਕੋਈ ਵਿਰੋਧ ਨਹੀਂ ਹੈਗਾ। ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ 58 ਸਾਲ ਜਾਂ 60 ਸਾਲ ਸਾਂਝ ਪੁਰਾਣੀ ਟੁੱਟ ਸਕਦੀ ਹੈ ਤਾਂ ਰਾਜਨੀਤਿਕ ਪਾਰਟੀ ਨੇ ਜ਼ਰੂਰ ਸੋਚਿਆ ਹੋਣਾ ਕਿ ਜੇ ਅਸੀਂ ਕਿਸਾਨ ਦਾ ਵਿਰੋਧ ਕਰਾਂਗੇ ਜਾਂ ਭਾਜਪਾ ਦਾ ਸਾਥ ਦੇਵਾਂਗੇ ਤਾਂ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਜਿਹੜਾ ਹੈਗਾ ਨੁਕਸਾਨ ਹੋ ਸਕਦਾ। 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਹੜੀ ਕਿਸ ਤਰ੍ਹਾਂ ਦੀ ਤਰੀਕੇ ਨਾਲ ਇਹ ਇਦਾਂ ਦੇ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਕਿੱਦਾਂ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਸਿੱਖਾਂ ਨੂੰ ਖਾਸ ਤੌਰ ਤੇ ਕਿਵੇਂ ਟਾਰਗੇਟ ਕੀਤਾ ਗਿਆ। ਔਰ ਜੇ ਮੰਨ ਲਓ ਟਕੈਤ ਸਾਹਿਬ ਉਸ ਚੀਜ਼ ਨੂੰ ਨਾ ਸੰਭਾਲਦੇ ਤਾਂ ਅੱਜ ਇਹ ਸੰਘਰਸ਼ ਜਿਹੜਾ ਸੀਗਾ ਇਹ ਤਾਰਪੀਡੋ ਹੋ ਜਾਣਾ ਸੀ। ਇਹਦੇ ਕੁਝ ਹੋਰ ਜਿਹੜੇ ਸੀਗੇ ਰਿਜ਼ਲਟ ਨਿਕਲ ਜਾਣੇ ਸੀਗੇ। ਕਿ ਭਗਵੰਤ ਮਾਨ ਸਾਹਿਬ ਪਾਰਲੀਮੈਂਟ ਦੇ ਵਿੱਚ ਕਹਿੰਦੇ ਸੀ ਮੈਨੂੰ ਚੱਕ ਕੇ ਚਾਹੇ ਬਾਹਰ ਸਿੱਟ ਦਿਓ, ਮੇਰੀ ਕੁਰਸੀ ਚਲੀ ਜਾਂਦੀ ਹੈ ਚਲੀ ਜਾਵੇ। ਕੀ ਅੱਜ ਇੱਕ ਸਟੈਂਡਿੰਗ ਕਮੇਟੀ ਦੇ ਕੁਝ ਜਿਹੜੇ ਭੱਤੇ ਸੀ ਉਹ ਇਹਨਾਂ ਲਈ ਇੰਨੇ ਜ਼ਰੂਰੀ ਹੋ ਗਏ ਕਿ ਕਿਸਾਨੀ ਹਿੱਤਾਂ ਦੀ ਪਿੱਠ ਦੇ ਵਿੱਚ ਛੁਰਾ ਮਾਰੇ? ਸ਼੍ਰੋਮਣੀ ਅਕਾਲੀ ਦਲ ਇਹਦੇ 'ਚ ਕੋਈ ਮੁਨਕਰ ਨਹੀਂ ਕਿ ਕੇਂਦਰ ਦੇ ਵਿੱਚ ਭਾਈਵਾਲ ਸੀ, ਔਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੋਜ਼ਿਟਿਵ ਰੋਲ ਇਹ ਖੇਤੀਬਾੜੀ ਕਾਨੂੰਨਾਂ ਦੇ ਜਦੋਂ ਆਰਡੀਨੈਂਸ ਆਉਣ ਤੋਂ ਬਾਅਦ ਔਰ ਇਹ ਐਕਟ ਬਣਨ ਤੋਂ ਪਹਿਲਾਂ ਲਗਾਤਾਰ ਨਿਭਾਇਆ, ਕਿਉਂਕਿ ਅਸੀਂ ਕਿਸਾਨ ਜਥੇਬੰਦੀਆਂ ਔਰ ਕੇਂਦਰ ਸਰਕਾਰ ਦੇ ਵਿੱਚ ਪੁਲ ਦਾ ਕੰਮ ਕੀਤਾ। ਬੀਜੇਪੀ ਨੇ ਸਾਡੀ ਸੁਣਵਾਈ ਨਹੀਂ ਕੀਤੀ, ਸਾਡੇ ਤੋਂ ਬਿਨਾਂ ਪੁੱਛੇ ਕਾਨੂੰਨ ਟੇਬਲ ਕਰ ਦਿੱਤੇ ਗਏ, ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਅਸੀਂ ਇਹਨਾਂ ਦਾ ਵਿਰੋਧ ਵੀ ਕੀਤਾ ਔਰ ਕੁਰਸੀ ਵੀ ਛੱਡੀ, ਭਾਈਵਾਲੀ ਵੀ ਛੱਡੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਵੱਲੋਂ ਅਣਥੱਕ ਤੇ ਵੱਡੇ ਸਬਰ ਦੇ ਨਾਲ ਲੜਾਈ ਲੜੀ ਜਾ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਰਾਜਸੀ ਧਿਰਾਂ ਵੱਲੋਂ ਕਿਸਾਨ ਅੰਦੋਲਨ ਦੀ ਤਾਂ ਹਮਾਇਤ ਕੀਤੀ ਜਾ ਰਹੀ ਹੈ, ਪਰ ਆਪਸੀ ਲੜਾਈ ਦੇ ਵਿੱਚ ਵੀ ਬੁਰੀ ਤਰ੍ਹਾਂ ਉਲਝੀਆਂ ਹੋਈਆਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਹਾਕਮਤਰ ਭਾਜਪਾ ਤੇ ਉਸਦੀਆਂ ਜਿਹੜੀਆਂ ਹਮਾਇਤੀ ਧਿਰਾਂ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਵੱਲ ਲਗਾਤਾਰ ਧੱਕਣ ਦੀ ਕੋਸ਼ਿਸ਼ ਕਰ ਰਹੀਆਂ। ਖੈਰ, ਇੱਕ ਗੱਲ ਤਾਂ ਭਾਜਪਾ ਦੇ ਹਲਕਿਆਂ ਅੰਦਰੋਂ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ। ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਇੱਕ ਹਿੱਸੇ ਅੰਦਰ ਵੀ ਇੱਕ ਵੱਡੀ ਬੇਚੈਨੀ ਹੈ। ਇਹ ਵੱਖਰੀ ਗੱਲ ਹੈ ਕਿ ਭਾਜਪਾ ਆਗੂ ਇਸ ਮੁੱਦੇ ਤੇ ਮੀਡੀਆ 'ਚ ਆ ਕੇ ਕੁਝ ਕਹਿਣ ਲਈ ਤਿਆਰ ਨਹੀਂ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ। ਸਰਬਜੀਤ ਸਿੰਘ ਧਾਲੀਵਾਲ ਨੇ, ਇਸ ਖਿੱਤੇ ਦੇ ਸਾਡੇ ਸੀਨੀਅਰ ਜਰਨਲਿਸਟ ਨੇ। ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ। ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਡਾਕਟਰ ਪੀ ਮਹਿੰਦਰ। ਤਿੰਨੇ ਮਹਿਮਾਨਾਂ ਨੂੰ ਇੱਕ ਵਾਰ ਮੁੜ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਧਾਲੀਵਾਲ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਜੀ।
ਕਿਸਾਨ ਅੰਦੋਲਨ ਦੇ ਮੁੱਦੇ ਤੇ ਜਿੱਥੇ ਕਿਸਾਨ ਜਥੇਬੰਦੀਆਂ ਲੜਾਈ ਲੜ ਰਹੀਆਂ, ਦੂਜੇ ਪਾਸੇ ਇਹ ਵੀ ਹੈ ਕਿ ਜਿਹੜੀਆਂ ਰਾਜਸੀ ਧਿਰਾਂ ਹਮਾਇਤ ਕਰ ਰਹੀਆਂ ਇਸ ਅੰਦੋਲਨ ਦੀ, ਕਿਤੇ ਬਾਰ-ਬਾਰ ਇਹ ਗੱਲ ਉੱਪਰ ਕੇ ਸਾਹਮਣੇ ਕਿਉਂ ਆ ਰਹੀ ਹੈ ਕਿ ਰਾਜਸੀ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਕਿਸਾਨ ਅੰਦੋਲਨ ਦੇ ਨਾਂ ਤੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਜਨੀ ਸੇਵਾ ਇੱਕ ਤਰ੍ਹਾਂ ਦਾ ਨਾਅਰਾ ਹੈ। ਇਸ ਵੇਲੇ ਹਾਲਾਤ ਸਿੱਧੂ ਸਾਹਿਬ ਇਸ ਤਰ੍ਹਾਂ ਦੇ ਹੈਗੇ ਨੇ ਕਿ ਕੋਈ ਵੀ ਰਾਜਨੀਤਿਕ ਪਾਰਟੀ ਕਿਸਾਨ ਅੰਦੋਲਨ ਨਾਲ ਖਹਿ ਕੇ ਨਹੀਂ ਚੱਲ ਸਕਦੀ ਜਾਂ ਉਹਦਾ ਵਿਰੋਧ ਕਰਨਾ ਜੀ। ਅਫੋਰਡ ਹੀ ਨਹੀਂ ਕਰ ਸਕਦੀ। ਕਿਸਾਨ ਅੰਦੋਲਨ ਪੰਜਾਬ, ਹਰਿਆਣਾ ਤੇ ਯੂਪੀ ਵਿੱਚ ਖਾਸ ਕਰਕੇ ਇਹਨਾਂ ਇਲਾਕਿਆਂ ਵਿੱਚ ਇੰਨਾ ਜ਼ਿਆਦਾ ਜ਼ੋਰ ਫੜ ਗਿਆ ਹੈ ਕਿ ਇਹਦੀ ਵਿਰੋਧਤਾ ਕਿਸੇ ਵੀ ਪੋਲੀਟੀਕਲ ਪਾਰਟੀ, ਭਾਵੇਂ ਦੀ ਉਹ ਬੀਜੇਪੀ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ, ਉਹਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਇਸ ਕਰਕੇ ਭਾਵੇਂ ਬਾਹਰੋਂ ਕਹਿ ਲਓ, ਭਾਵੇਂ ਅੰਦਰੋਂ ਕਹਿ ਲਓ, ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਭਾਜਪਾ ਤੋਂ ਇਲਾਵਾ ਉਹ ਕਿਸਾਨ ਅੰਦੋਲਨ ਦਾ ਸਿੱਧੇ ਢੰਗ ਨਾਲ ਜਾਂ ਸਿੱਧੇ ਢੰਗ ਨਾਲ ਸਮਰਥਨ ਕਰ ਰਹੀਆਂ ਨੇ। ਭਾਜਪਾ ਨੇ ਪੰਜਾਬ ਵਿੱਚ ਸ਼ੁਰੂ ਤੋਂ ਹੀ ਥੋੜ੍ਹੀ ਜਿਹੀ ਲਾਈਨ ਗਲਤ ਲੈ ਲਈ ਹੈ। ਭਾਜਪਾ ਨੂੰ ਗਲਤ ਲਾਈਨ ਦਵਾਈ ਸੈਂਟਰ ਨੇ ਦਵਾਈ ਜਾਂ ਕਿਹਨੇ ਦਵਾਈ ਜਾਂ ਕਿਹਦੇ ਕਹਿਣ ਤੋਂ ਉਹਨਾਂ ਨੇ ਇਹ ਲਾਈਨ ਲਈ, ਹੁਣ ਉਹਨਾਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਉਹਨਾਂ ਦਾ ਥਾਂ ਥਾਂ ਵਿਰੋਧ ਹੋ ਰਿਹਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਪਿਛਲੇ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਕਿ ਜਿਹੜੇ ਭਾਜਪਾ ਦੇ ਬੰਦੇ ਹੈਗੇ ਨੇ, ਜੇ ਭਾਜਪਾ ਦੇ ਆਗੂ ਆ, ਉਹਨਾਂ ਨੂੰ ਕਾਲੇ ਝੰਡੇ ਦਿਖਾਏ ਗਏ, ਉਹਨਾਂ ਦਾ ਵਿਰੋਧ ਹੋਇਆ, ਪਬਲਿਕਲੀ ਵੀ ਹੋਇਆ। ਇਹ ਵਿਰੋਧ ਜਿਹੜਾ ਪੰਜਾਬ 'ਚੋਂ ਸ਼ੁਰੂ ਹੋਇਆ ਸੀ, ਹੌਲੀ ਹੌਲੀ ਹਰਿਆਣੇ ਚਲਿਆ ਗਿਆ। ਹਰਿਆਣੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਖੱਟਰ ਸਾਹਿਬ, ਉਹ ਆਪਣਾ ਹੈਲੀਕਾਪਟਰ ਨਹੀਂ ਉਤਾਰ ਸਕੇ ਥੱਲੇ, ਉੱਥੇ ਹੈਲੀਪੈਡ ਵੀ ਲੋਕਾਂ ਨੇ ਪੱਟਤਾ ਸੀਗਾ, ਉਹ ਆਪਣੀ ਰੈਲੀ ਨਹੀਂ ਕਰ ਸਕੇ। ਇਸ ਤਰ੍ਹਾਂ ਹੀ ਜੇ ਆਪਾਂ ਪੱਛਮੀ ਯੂਪੀ ਦੀ ਜਾਂ ਵੈਸਟਰਨ ਯੂਪੀ ਦੀ ਗੱਲ ਕਰੀਏ, ਉੱਥੇ ਵੀ ਬਹੁਤ ਜ਼ਿਆਦਾ ਭਾਜਪਾ ਦੇ ਬੰਦਿਆਂ ਦਾ ਵਿਰੋਧ ਹੋ ਰਿਹਾ ਹੈ। ਉੱਥੇ ਬੜੇ ਇੱਕ ਨਾਮਵਰ ਜਿਹੜੇ MP ਹੈਗੇ ਨੇ, ਬੜੇ ਪਾਵਰਫੁਲ ਸਮਝਦੇ ਨੇ ਆਪਣੇ ਆਪ ਨੂੰ, ਬਲਿਆਨ ਸਾਹਿਬ, ਉਹਨਾਂ ਨੂੰ ਵੀ ਉੱਥੇ ਕਈ ਥਾਵਾਂ 'ਤੇ ਰੈਲੀਆਂ ਨਹੀਂ ਕਰ ਦਿੱਤੀਆਂ, ਕਈ ਥਾਵਾਂ 'ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਸੋ ਭਾਜਪਾ ਨੇ ਉਸ ਖਿੱਤੇ ਵਿੱਚ ਕਿਸਾਨਾਂ ਦੇ ਖਿਲਾਫ ਆਪਣੀ ਲਾਈਨ ਲੈ ਲਈ ਹੈ, ਜਿੱਥੇ ਕਿਸਾਨੀ ਡੋਮੀਨੇਟ ਕਰਦੀ ਹੈ। ਇਹ ਮੇਰਾ ਖਿਆਲ ਹੈ ਪੋਲੀਟੀਕਲੀ ਬਹੁਤ ਹੀ ਗਲਤ ਡਿਸੀਜਨ ਹੋ ਗਿਆ, ਅਤੇ ਉਹਦਾ ਨਤੀਜਾ ਜਾਂ ਉਹਦੇ ਨਤੀਜੇ ਹੁਣ ਭਾਜਪਾ ਨੂੰ ਭੁਗਤਣੇ ਪੈ ਰਹੇ ਨੇ, ਭਾਵੇਂ ਉਹ ਪੰਜਾਬ ਹੈ, ਭਾਵੇਂ ਹਰਿਆਣਾ ਹੈ, ਭਾਵੇਂ ਉਹ ਕੇਂਦਰ ਉੱਤਰ ਪ੍ਰਦੇਸ਼ ਹੈ। ਹਾਲਾਂਕਿ ਦੂਜੇ ਰਾਜਾਂ ਵਿੱਚ ਵੀ ਵਿਰੋਧ ਹੋ ਰਿਹਾ ਹੈ, ਪਰ ਤਿੱਖਾ ਵਿਰੋਧ ਜਿਹੜਾ ਹੈਗਾ ਇੱਥੇ ਹੀ ਹੋ ਰਿਹਾ ਹੈ। ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਇਹੀ ਮਤਲਬ ਇਹ ਲਾਈਨ ਲੈ ਕੇ ਚੱਲ ਰਹੀਆਂ ਨੇ, ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਕਿ ਅਸੀਂ ਕਿਸਾਨੀ ਦੇ ਨਾਲ ਹਾਂ, ਅਸੀਂ ਕਿਸਾਨੀ ਦੇ ਨਾਲ ਖੜੇ ਹਾਂ। ਉਹ ਤਿੰਨੇ ਕਾਲੇ ਜਿਹੜੇ ਕਾਨੂੰਨ ਹੈਗੇ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਵੀ ਕਰਦੀਆਂ ਨੇ। ਪਰ ਕਿਸਾਨਾਂ ਨੇ ਬੜੀ ਇੱਕ ਸਿਆਣਪ ਕੀਤੀ ਹੈ, ਮੇਰਾ ਖਿਆਲ ਹੈ, ਜੋ ਵੀ ਅੰਦੋਲਨ ਚਲਾ ਰਹੇ ਨੇ ਉਹਨਾਂ ਨੂੰ ਕਿਸੇ ਨੇ ਵੀ ਗਾਈਡ ਕੀਤਾ ਜਾਂ ਉਹਨਾਂ ਦੀ ਆਪਣੀ ਸਿਆਣਪ ਕਹਿ ਲਓ, ਉਹਨਾਂ ਨੇ ਆਪਣੀ ਰਾਜਨੀਤਿਕ ਪਾਰਟੀਆਂ ਤੋਂ ਦੂਰੀ ਬਣਾਈ ਹੋਈ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਸ਼ੁਰੂ ਤੋਂ ਹੀ ਕਿ ਜੇਕਰ ਅਸੀਂ ਰਾਜਨੀਤਿਕ ਦੂਰੀ ਨਹੀਂ ਬਣਾ ਕੇ ਰੱਖਾਂਗੇ ਜਾਂ ਅਸੀਂ ਰਾਜਨੀਤਿਕ ਪਾਰਟੀਆਂ ਦੀ ਸਪੋਰਟ ਲਵਾਂਗੇ, ਇੱਕ ਤਾਂ ਰਾਜਨੀਤਿਕ ਪਾਰਟੀਆਂ ਨੇ ਫਿਰ ਆਪਣਾ ਕੁਝ ਬਰਾਬਰ ਦਾ ਹਿੱਸਾ ਮੰਗਣਾ ਸਾਥੋਂ, ਜਿਹੜਾ ਕਿ ਉਹਨਾਂ ਤੋਂ ਹਿੱਸਾ ਦਿੱਤਾ ਨਹੀਂ ਜਾਣਾ। ਦੂਜਾ, ਜਿਹੜੀ ਭਾਜਪਾ ਕੇਂਦਰ ਸਰਕਾਰ, ਭਾਜਪਾ ਦੀ ਕੇਂਦਰ 'ਚ ਸਰਕਾਰ ਹੈਗੀ, ਉਹਨਾਂ ਨੂੰ ਇੱਕ ਸੌਖਾ ਬਹਾਨਾ ਮਿਲ ਜਾਏਗਾ ਕਿ ਇਹ ਜਿਹੜਾ ਅੰਦੋਲਨ ਹੈ ਇਹ ਤਾਂ ਰਾਜਨੀਤੀ ਤੋਂ ਪ੍ਰੇਰਿਤ ਹੈਗਾ, ਇਹ 'ਚ ਰਾਜਨੀਤਿਕ ਪਾਰਟੀਆਂ ਚਲਾ ਰਹੀਆਂ ਨੇ, ਇਹ 'ਚ ਕਿਸਾਨੀ ਦਾ ਕੋਈ ਦਖਲ ਨਹੀਂ ਹੈਗਾ। ਇਸ ਕਰਕੇ ਉਹ ਭਾਜਪਾ ਨੂੰ ਇਹ ਜਿਹੜਾ ਅੰਦੋਲਨ ਸੀ ਉਹਨੂੰ ਕੰਡੈਮ ਕਰਨ ਵਿੱਚ ਜਾਂ ਇਹਨੂੰ ਭੰਡਣ ਵਿੱਚ ਉਹਦਾ ਰਸਤਾ ਸੌਖਾ ਹੋ ਜਾਣਾ ਸੀਗਾ। ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਜਾਂ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਹੈਗਾ, ਮੇਰਾ ਖਿਆਲ ਹੈ ਕਿ ਉਹਨਾਂ ਨੇ ਬਹੁਤ ਸਿਆਣਪ ਤੋਂ ਕੰਮ ਲਿਆ ਹੈ। ਉਹਨਾਂ ਨੇ ਆਪਣੀ ਰਾਜਨੀਤਿਕ ਪਾਰਟੀਆਂ ਤੋਂ ਦੂਰੀ ਬਣਾਈ ਰੱਖੀ ਹੈ। ਉਹਨਾਂ ਨੇ ਆਪਣਾ ਜਿਹੜਾ ਮੰਚ ਹੈ ਰਾਜਨੀਤਿਕ ਪਾਰਟੀਆਂ ਨਾਲ ਸਾਂਝਾ ਨਹੀਂ ਕੀਤਾ। ਹਾਲਾਂਕਿ ਵੈਸੇ ਰਾਜਨੀਤਿਕ ਪਾਰਟੀਆਂ ਸਪੋਰਟ ਕਰ ਰਹੀਆਂ ਨੇ, ਪਰ ਉਹਨਾਂ ਨੇ ਆਪਣੇ ਮੰਚ ਤੋਂ ਰਾਜਨੀਤਿਕ ਪਾਰਟੀਆਂ ਨੂੰ ਸਪੇਸ ਨਹੀਂ ਦਿੱਤੀ। ਮੇਰਾ ਖਿਆਲ ਹੈ ਕਿ ਇਹ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਸੋਚੀ ਸਮਝੀ ਰਣਨੀਤੀ ਹੈਗੀ, ਉਹ ਰਣਨੀਤੀ ਮੁਤਾਬਕ ਚੱਲ ਰਹੇ ਨੇ। ਹਾਲਾਂਕਿ ਭਾਜਪਾ ਨੇ ਸ਼ੁਰੂ ਵਿੱਚ ਬਹੁਤ ਪ੍ਰਚਾਰ ਕੀਤਾ ਵੀ ਇਹ ਤਾਂ ਜੀ ਰਾਜਨੀਤਿਕ ਪਾਰਟੀਆਂ ਅੰਦੋਲਨ ਚਲਾ ਰਹੀਆਂ ਨੇ, ਇਹ ਤਾਂ ਜੀ ਮਾਓਇਸਟ ਚਲਾ ਰਹੇ ਨੇ, ਇਹ ਨਕਸਲਵਾੜੀ ਚਲਾ ਰਹੇ ਨੇ, ਇਹ ਕਮਿਊਨਿਸਟ ਪਾਰਟੀਆਂ ਚਲਾ ਰਹੀਆਂ ਨੇ। ਪਰ ਜੋ ਭਾਜਪਾ ਨੇ ਨੈਰੇਟਿਵ ਬਿਲਡ ਕੀਤਾ ਸੀਗਾ ਉਹ ਫੇਲ ਹੋ ਗਿਆ, ਉਹ ਚੱਲਿਆ ਨਹੀਂ ਬਹੁਤਾ। ਹੁਣ ਭਾਜਪਾ ਇਹ ਨਹੀਂ ਕਹਿ ਸਕਦੀ ਜੀ। ਧਾਲੀਵਾਲ ਸਾਹਿਬ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਭਾਜਪਾ ਨੇ ਜਿਹੜੀ ਕੋਸ਼ਿਸ਼ ਕੀਤੀ ਇੱਕ ਏਜੰਡਾ ਤੈਅ ਕਰਨ ਦੀ, ਉਹ ਨਹੀਂ ਚੱਲ ਸਕਿਆ। ਦੇਖੋ, ਸਮਾਜਿਕ ਮੁੱਦਿਆਂ ਦੇ ਉੱਤੇ ਵੀ ਕੱਲ ਹੋਲੀ ਦਾ ਤਿਉਹਾਰ ਸੀ ਤਾਂ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੂੰ ਘਰ ਦੇ ਅੰਦਰ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਉਹਦੇ ਘਰ ਦੇ ਬਾਹਰ ਇਕੱਠੇ ਹੋ ਕੇ ਚਲੇ ਗਏ ਕਿ ਤੂੰ ਲੱਡੂ ਵੰਡ ਰਿਹਾ
ਔਰ ਕਿਸਾਨ ਜਿਹੜੇ ਇਸ ਵੇਲੇ ਮਰ ਰਹੇ ਆ, ਦੇਸ਼ ਦੇ ਬਾਰਡਰਾਂ ਦੇ ਉੱਤੇ ਬੈਠੇ, ਦਿੱਲੀ ਦੇ ਬਾਰਡਰ ਤੇ ਬੈਠੇ, ਫਿਰ ਇਹ ਲੱਡੂ ਕਿਵੇਂ ਲੰਘਦੇ ਆ। ਇਹੋ ਜਿਹਾ ਵਿਰੋਧ ਵੀ ਇਸ ਵੇਲੇ ਭਾਜਪਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਧਾਲੀਵਾਲ ਸਾਹਿਬ, ਦੇਖੋ ਰਾਜਨੀਤਿਕ ਤੌਰ ਤੇ ਭਾਜਪਾ ਦਾ ਤਾਂ ਵਿਰੋਧ ਹੋ ਹੀ ਰਿਹਾ ਜਾਂ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੇ ਉਹਦੇ ਸਹਿਯੋਗੀ ਦਲ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ। ਜਿਹੜੀ ਜੇਜੇਪੀ ਹੈਗੀ, ਜਿਹੜੀ ਪਾਰਟੀ ਹੈਗੀ ਹਰਿਆਣੇ ਵਿੱਚ, ਉਹਨੂੰ ਬਹੁਤ ਥਾਵਾਂ ਤੇ ਅੰਦੋਲਨ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਵੀ ਕਾਲੇ ਝੰਡੇ ਦਿਖਾਏ ਗਏ। ਤੇ ਇਕੱਲਾ ਮਤਲਬ ਵੀ ਅਕਾਲੀ ਦਲ ਦੇਖੋ ਤੁਸੀਂ, ਅਕਾਲੀ ਦਲ ਨੂੰ ਇਹ ਅੰਦੋਲਨ ਕਰਕੇ 58 ਸਾਲ ਤੋਂ 1968 ਤੋਂ ਲੈ ਕੇ ਭਾਜਪਾ ਦਾ, ਤੇ ਪਹਿਲਾਂ ਜਨਸੰਘ ਹੁੰਦੀ ਸੀ, ਫਿਰ ਭਾਜਪਾ ਬਣ ਗਈ ਬਾਅਦ ਵਿੱਚ। ਅਕਾਲੀ ਦਲ ਦੀ ਤੇ ਸਾਂਝ ਰਹੀ ਹੈ। 68 69 ਵਿੱਚ ਜਦੋਂ ਆਪਣਾ ਬਾਦਲ ਸਾਹਿਬ ਦੀ ਸਰਕਾਰ ਬਣੀ ਸੀ, ਪਹਿਲੀ ਵਾਰੀ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਸੀ, ਉਸ ਸਰਕਾਰ ਵਿੱਚ ਭਾਜਪਾ ਦੇ 5-6 ਮੰਤਰੀ ਸੀਗੇ। ਟੰਡਨ ਸਾਹਿਬ ਸੀਗੇ ਉਹਦੇ ਵਿੱਚ, ਆਪਣਾ ਡਾਕਟਰ ਬਲਦੇਵ ਪ੍ਰਕਾਸ਼ ਸੀਗੇ, ਖੇਤਵਲਾਸ਼ੀ ਜੀ ਸੀਗੇ ਉਸ ਕਹਿੰਦਾ ਬਾਜ਼ਾਰ ਦੇ ਵਿੱਚ। ਉਹ ਮਤਲਬ ਤੁਸੀਂ ਹਿਸਾਬ ਲਓ 1968 ਤੋਂ ਕਿ ਸਾਂਝ ਚੱਲੀ ਆ ਰਹੀ ਸੀ, ਜਿਹੜੀ ਕਿ ਕਿਸਾਨ ਅੰਦੋਲਨ ਕਰਕੇ ਟੁੱਟ ਗਈ ਹੈ। ਮਤਲਬ ਕਿਸਾਨ ਅੰਦੋਲਨ ਦਾ ਇੰਨਾ ਵੱਡਾ ਪ੍ਰੈਸ਼ਰ ਪਿਆ ਹੈਗਾ। ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ 58 ਸਾਲ ਜਾਂ 60 ਸਾਲ ਸਾਂਝ ਪੁਰਾਣੀ ਟੁੱਟ ਸਕਦੀ ਹੈ, ਤਾਂ ਰਾਜਨੀਤਿਕ ਪਾਰਟੀ ਨੇ ਜ਼ਰੂਰ ਸੋਚਿਆ ਹੋਣਾ ਕਿ ਜੇ ਅਸੀਂ ਕਿਸਾਨਾਂ ਦਾ ਵਿਰੋਧ ਕਰਾਂਗੇ ਜਾਂ ਭਾਜਪਾ ਦਾ ਸਾਥ ਦੇਵਾਂਗੇ ਤਾਂ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ। ਜੀ ਬਿਲਕੁਲ ਠੀਕ। ਜਿਹੜਾ ਇਸ ਮੁੱਦੇ ਤੇ ਮੈਂ ਫੇਰ ਆਵਾਂਗਾ ਧਾਲੀਵਾਲ ਸਾਹਿਬ ਨਵੇਂ ਸਵਾਲ ਨੂੰ ਲੈ ਕੇ। ਡਾਕਟਰ ਭੀਮਿੰਦਰ, ਜਿੱਦਾਂ ਧਾਲੀਵਾਲ ਜੀ ਨੇ ਕਿਹਾ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੇ ਵਿਰੋਧ ਦਾ ਸਵਾਲ ਹੈ ਉਦੋਂ ਤੱਕ ਮੇਰੇ ਖਿਆਲ ਕਿ ਮਤਭੇਦ ਹੋਏਗੇ, ਜਿਸ ਤਰ੍ਹਾਂ ਦਾ ਭਾਜਪਾ ਹੋ ਰਿਹਾ ਹੈ। ਪਰ ਦੂਜੀਆਂ ਰਾਜਸੀ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਵੀ ਇਸ ਮੁੱਦੇ ਤੇ ਕਿਸਾਨੀ ਅੰਦੋਲਨ ਦੀ ਹਮਾਇਤ ਜ਼ਰੂਰ ਹੈ, ਜਿੱਦਾਂ ਧਾਲੀਵਾਲ ਜੀ ਕਹਿ ਰਹੇ ਹੈ, ਪਰ ਆਪਸ ਵਿੱਚ ਹੀ ਟਕਰਾਅ ਹੈ। ਜੇ ਆਪਸ ਵਿੱਚ ਟਕਰਾਅ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਦਿਨਾਂ ਜਿੱਦਾਂ ਭਗਵੰਤ ਮਾਨ ਉਹਨਾਂ ਨੇ ਕਿਹਾ ਹੈ ਕਿ ਪਿਛਲੀ ਕੈਬਨਿਟ ਜਿਹੜੀ ਕੇਂਦਰ ਦੀ ਸੀ, ਬੀਬਾ ਹਰਸਿਮਰਤ ਦੇ ਜਿਹੜੇ ਕੈਬਨਿਟ ਦੇ ਮਿੰਟ ਸਾਹਿਬ ਲਿਆ ਕੇ ਸਾਹਮਣੇ ਰੱਖੇ ਜਾਣ ਕਿ ਉੱਥੇ ਹਮਾਇਤ ਕੀਤਾ ਜਾਂ ਵਿਰੋਧ ਕੀਤੀ। ਸੋ ਇੱਕ ਪਾਸੇ ਜਿੱਥੇ ਜਿਹੜਾ ਕਿਸਾਨੀ ਅੰਦੋਲਨ ਦੀ ਹਮਾਇਤ ਹੈ, ਕਿਤੇ ਲੱਗਦਾ ਆਪਣੇ ਰਾਜਸੀ ਹਿੱਤਾਂ ਲਈ ਰਾਜਸੀ ਪਾਰਟੀਆਂ ਦੇ ਹਿੱਤ ਵੀ ਇੱਕ ਦੂਜੇ ਦੇ ਵਿਰੋਧ ਵਿੱਚ ਟਕਰਾਉਂਦੇ ਨਜ਼ਰ ਆ ਰਹੇ ਹੈ। ਜੀ ਡਾਕਟਰ ਭੀਮ ਜੀ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਰ ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਬਿਲਕੁਲ ਠੀਕ ਆਵਾਜ਼ ਆ ਰਹੀ ਹੈ ਤੁਹਾਡੀ। ਜੀ ਜੀ, ਮੇਰੇ ਤੋਂ ਪਹਿਲਾਂ ਧਾਲੀਵਾਲ ਸਾਹਿਬ ਨੇ ਬਹੁਤ ਵਿਸਥਾਰ ਦੇ ਨਾਲ ਔਰ ਬਹੁਤ ਖੂਬਸੂਰਤੀ ਦੇ ਨਾਲ ਅੱਜ ਦਾ ਜਿਹੜਾ ਕਿਸਾਨ ਸੰਘਰਸ਼ ਹੈ ਉਹਦੇ ਬਾਰੇ ਬਹੁਤ ਮਹੱਤਵਪੂਰਨ ਗੱਲਾਂ ਕੀਤੀਆਂ ਨੇ। ਸਿੱਧੂ ਸਾਹਿਬ, ਮੈਂ ਇੱਕ ਜ਼ਰੂਰ ਇੱਥੇ ਗੱਲ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹਣਾ ਕਿ ਜੇ ਇਹ ਜੋ ਕਾਨੂੰਨਾਂ ਦਾ ਸਿਲਸਿਲਾ, ਕਾਲੇ ਕਾਨੂੰਨ ਬਣਾਉਣ ਦਾ ਸਿਲਸਿਲਾ, ਇਹ ਕੋਈ ਭਾਜਪਾ ਨੇ ਨਹੀਂ ਸ਼ੁਰੂ ਕੀਤਾ। ਇਹ ਕੋਈ ਨਵੀਂ ਖੇਡ ਨਹੀਂ ਹੈ। ਇਸ ਤੋਂ ਪਹਿਲਾਂ ਗਲੋਬਲਾਈਜੇਸ਼ਨ, ਵਿਸ਼ਵੀਕਰਨ, ਕਿਉਂਕਿ ਧਾਲੀਵਾਲ ਸਾਹਿਬ ਬੈਠੇ ਨੇ ਪੜ੍ਹਨ ਲਿਖਣ ਵਾਲੇ, ਤੁਸੀਂ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਅੰਡਰ ਜਿਹੜਾ ਸੀਗਾ 1990 ਤੋਂ ਲੈ ਕੇ ਹੁਣ ਤੱਕ ਲਗਭਗ 4 ਲੱਖ ਕਿਸਾਨ ਹਿੰਦੁਸਤਾਨ ਦਾ ਉਹਦੇ 'ਚ ਮਰ ਚੁੱਕਿਆ ਹੈ, ਖੁਦਕੁਸ਼ੀਆਂ ਕਰ ਚੁੱਕਿਆ ਹੈ। ਔਰ ਉਹ ਨੀਤੀਆਂ ਕਿਹੜੀਆਂ ਸਰਕਾਰਾਂ ਨੇ ਸ਼ੁਰੂ ਕੀਤੀਆਂ ਸੀਗੀਆਂ? ਉਸ ਤੋਂ ਪਹਿਲਾਂ ਜੇ ਆਪਾਂ ਰਾਜੀਵ ਗਾਂਧੀ ਦੀ ਗੱਲ ਕਰੀਏ ਔਰ ਡਾਕਟਰ ਮਨਮੋਹਨ ਸਿੰਘ ਹੋਰਾਂ ਦੀਆਂ ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਨੇ ਉਹ ਗੱਲ ਕਰੀਏ, ਉਸ ਤੋਂ ਬਾਅਦ ਅਗਲੀ ਕੜੀ ਦੇ ਵਿੱਚ ਜਿਹੜੀ ਹੈਗੀ ਆ ਬੀਜੇਪੀ ਉਹਦੇ 'ਚ ਸ਼ਾਮਲ ਹੁੰਦੀ ਹੈ। ਔਰ ਜਿਹੜਾ ਪ੍ਰੈਸ਼ਰ ਹੈ, ਚਾਹੇ ਉਹ WTO ਦਾ ਹੋਵੇ ਜਾਂ ਸਾਡੀਆਂ ਜਿਹੜੀਆਂ ਆਪਣੀਆਂ ਹਿੰਦੁਸਤਾਨੀ ਜਿਹੜੀਆਂ ਕਾਰਪੋਰੇਟ ਵਰਲਡ ਹੈ, ਅਡਾਨੀ ਅਬਾਨੀ ਨੇ, ਉਹਨਾਂ ਦਾ ਪ੍ਰੈਸ਼ਰ ਹੋਵੇ, ਉਹ ਲਗਾਤਾਰ ਤੁਸੀਂ ਪਿਛਲੇ 25-30 ਸਾਲਾਂ ਤੋਂ ਤੁਸੀਂ ਦੇਖੋਗੇ ਕਿ ਉਹਨਾਂ ਪ੍ਰੈਸ਼ਰ ਦੇ ਅੰਦਰ, ਚਾਹੇ ਉਹਦੇ ਵਿੱਚ ਬੀਜੇਪੀ ਤੋਂ ਲੈ ਕੇ ਕਾਂਗਰਸ ਔਰ ਅਕਾਲੀ ਦਲ ਵੀ ਆਪਾਂ ਨੂੰ ਪਤਾ ਹੈ ਕਿ ਉਹਦੇ ਸ਼ਾਮਲ ਰਿਹਾ ਹੈ। ਔਰ ਬਕਾਇਦਾ ਤੌਰ ਤੇ ਇਹ ਜਿਹੜੀ ਪਿਛਲੇ 7 ਸਾਲ ਦੀ ਗਵਰਨਮੈਂਟ ਹੈ ਬੀਜੇਪੀ ਦੀ, ਉਹਦੇ ਵਿੱਚ ਬਹੁਤ ਵੱਡੀ ਭਾਈਵਾਲੀ ਅਕਾਲੀ ਦਲ ਦੀ ਵੀ ਰਹੀ ਹੈ। ਔਰ ਸਾਰੇ ਜਿਹੜੇ ਕਾਨੂੰਨ ਲਾਗੂ ਹੁੰਦੇ ਰਹੇ ਆ ਹੁਣ ਤੱਕ, ਜਾਂ ਬਾਕੀ ਵੀ ਹੋਇਆ, ਇਹ ਮੈਂ 3 ਕਾਨੂੰਨਾਂ ਦੀ ਗੱਲ ਨਹੀਂ ਕਰ ਰਿਹਾ, ਬਾਕੀ 45 ਕਾਨੂੰਨ ਜਿਹੜੇ ਲਾਗੂ ਹੋਇਆ ਉਹਦੇ ਵਿੱਚ ਵੀ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਦਾ, ਚਾਹੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਹੋਣ ਜਾਂ ਹੋਰ ਜਿਹੜੀਆਂ ਆਮ ਲੋਕਾਂ ਦੇ ਖਿਲਾਫ ਕਾਨੂੰਨ ਹੋਣ, ਉਹ ਸਾਰੇ 1990 ਤੋਂ ਬਾਅਦ ਦੀਆਂ ਜਿਹੜੀਆਂ ਨੀਤੀਆਂ, ਜਿਹੜੀਆਂ ਸਰਕਾਰਾਂ ਹੁਣ ਤੱਕ ਆਉਂਦੀਆਂ ਰਹੀਆਂ ਨੇ, ਉਹ ਵੀ ਜ਼ਿੰਮੇਵਾਰ ਨੇ। ਔਰ ਉਹਦੇ ਵਿੱਚ ਕਾਂਗਰਸ ਦਾ ਔਰ ਬੀਜੇਪੀ ਔਰ ਬਾਕੀ ਜਿਹੜੀਆਂ ਭਾਈਵਾਲ NDA ਜਾਂ UPA ਦੀਆਂ ਜਿੰਨੀਆਂ ਭਾਈਵਾਲ ਪਾਰਟੀਆਂ ਜਿਹੜੀਆਂ ਨੇ, ਉਹ ਵੀ ਨਾਲ ਦੀ ਨਾਲ ਬਰਾਬਰ ਦੀਆਂ ਹਿੱਸੇਦਾਰ ਰਹੀਆਂ ਨੇ, ਉਹ ਵੀ ਜ਼ਿੰਮੇਵਾਰ ਨੇ। ਇਹ ਤਾਂ ਹੁਣ ਕਿਉਂਕਿ ਜੇ ਮੰਨ ਲਓ ਹੁਣ ਅੱਜ ਕਾਂਗਰਸ ਹੁੰਦੀ ਤਾਂ ਕਾਂਗਰਸ ਨੇ ਵੀ ਇਹੀ ਗੱਲ ਕਰਨੀ ਸੀਗੀ, ਇਹੀ ਕਾਨੂੰਨ ਲਾਗੂ ਕਰਨੇ ਸੀਗੇ। ਉਹਨਾਂ ਨੇ ਹੋ ਸਕਦਾ ਕਿ ਲੁਕੋ ਛਿਪੋ ਕੇ ਕਰਨੇ ਸੀਗੇ, ਪਰ ਕਾਨੂੰਨ ਲਾਗੂ ਹੋਣੇ ਸੀਗੇ। ਉਹਨਾਂ ਦਾ ਪ੍ਰੈਸ਼ਰ ਇੰਨਾ ਹੈ, ਜ਼ਿਆਦਾ ਪ੍ਰੈਸ਼ਰ ਹੋਣ ਕਰਕੇ
ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਔਰ ਜਿੱਥੋਂ ਤੱਕ ਇਹਨੂੰ ਇਸ ਕਿਸਾਨੀ ਸੰਘਰਸ਼ ਨੂੰ ਔਰ ਬੀਜੇਪੀ ਦੇ ਸੰਬੰਧਾਂ ਦੀ ਗੱਲ ਹੈ, ਇਹਦੇ ਵਿੱਚ ਤੁਸੀਂ 26 ਜਨਵਰੀ ਦੀ ਘਟਨਾ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਹੜੀ ਕਿਸ ਤਰ੍ਹਾਂ ਦੀ ਤਰੀਕੇ ਨਾਲ ਇਹ ਇਦਾਂ ਦੇ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਕਿੱਦਾਂ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਸਿੱਖਾਂ ਨੂੰ ਖਾਸ ਤੌਰ ਤੇ ਕਿਵੇਂ ਟਾਰਗੇਟ ਕੀਤਾ ਗਿਆ। ਔਰ ਜੇ ਮੰਨ ਲਓ ਟਕੈਤ ਸਾਹਿਬ ਉਸ ਚੀਜ਼ ਨੂੰ ਨਾ ਸੰਭਾਲਦੇ ਤਾਂ ਅੱਜ ਇਹ ਸੰਘਰਸ਼ ਜਿਹੜਾ ਸੀਗਾ ਇਹ ਤਾਰ-ਪੀਡੋ ਹੋ ਜਾਣਾ ਸੀ, ਇਹਦੇ ਕੁਝ ਹੋਰ ਜਿਹੜੇ ਸੀਗੇ ਰਿਜ਼ਲਟ ਨਿਕਲ ਜਾਣੇ ਸੀਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਇਹ ਸਰਕਾਰਾਂ ਨੇ ਇਹ ਸਾਰੀਆਂ ਉਸ ਗਲੋਬਲਾਈਜੇਸ਼ਨ ਦੇ ਅੰਡਰ ਕੰਮ ਕਰ ਰਹੀਆਂ ਨੇ ਔਰ ਉਹਨਾਂ WTO ਦੇ ਪ੍ਰੈਸ਼ਰ ਦੇ ਅੰਡਰ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਕਾਨੂੰਨ ਵੀ ਉਹਦੇ ਅੰਡਰ ਬਣਾਏ ਜਾ ਰਹੇ ਨੇ। ਇਹ ਕਿਉਂਕਿ ਕਿਸਾਨੀ ਜਿਹੜੀ ਹੈਗੀ ਹੈ ਸੰਗਠਿਤ ਹੈ, ਮਜ਼ਦੂਰ ਸਾਡੇ ਕੋਲ ਅਜੇ ਸੰਗਠਿਤ ਨਹੀਂ ਹੈਗੇ, ਉਹ ਮਜ਼ਦੂਰ ਜ਼ਿਆਦਾ ਰੌਲਾ ਨਹੀਂ ਪਾ ਰਹੇ, ਪਰ ਕਾਨੂੰਨ ਜਿਹੜੇ ਬਣ ਰਹੇ ਨੇ ਉਹ ਜ਼ਿਆਦਾ ਸਾਰੇ ਬਰਾਬਰ ਦੇ ਖਤਰਨਾਕ ਨੇ। ਜਿਹੜੇ 45 ਕਾਨੂੰਨ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਪਾਸ ਕੀਤੇ ਗਏ ਨੇ, ਉਹ ਸਾਰੇ ਹੀ ਖਤਰਨਾਕ ਨੇ ਔਰ ਉਹਨਾਂ ਨੂੰ ਅਸੀਂ ਇੱਕ ਜਾਂ ਦੋ ਕਾਨੂੰਨ ਜਿਹੜੇ ਨੇ ਉਹ ਘੱਟ ਜਾਂ ਵੱਧ ਨਹੀਂ ਕਰ ਸਕਦੇ। ਪਰ ਹਾਂ, ਕਿਉਂਕਿ ਇਹ ਖੇਤੀ ਨਾਲ ਸੰਬੰਧਿਤ ਨੇ ਔਰ ਕਿਸਾਨੀ, ਮੈਂ ਇੱਕ ਹੋਰ ਵੀ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਇਸ ਵੇਲੇ ਜਿਹੜਾ ਇਹ ਸੰਘਰਸ਼ ਹੈ ਇਕੱਲੀ ਕਿਸਾਨੀ ਦਾ ਨਹੀਂ ਹੈ, ਇਹਦੇ ਵਿੱਚ ਮੁਲਾਜ਼ਮ ਵੀ ਸ਼ਾਮਲ ਨੇ, ਇਹਦੇ ਵਿੱਚ ਵਪਾਰੀ ਤਬਕਾ ਆੜ੍ਹਤੀਏ ਲੋਕ ਜਿਹੜੇ ਨੇ ਉਹ ਵੀ ਸ਼ਾਮਲ ਨੇ, ਇਹਦੇ ਵਿੱਚ ਜਿਹੜੇ ਨੇ ਦੁਕਾਨਦਾਰ ਵੀ ਸ਼ਾਮਲ ਨੇ, ਇਹਦੇ ਵਿੱਚ ਨੌਜਵਾਨ ਵੀ, ਇਹਦੇ ਵਿੱਚ ਮਾਤਾਵਾਂ ਵੀ ਸਾਡੀਆਂ ਸ਼ਾਮਲ ਨੇ, ਸਾਡੀਆਂ ਭੈਣਾਂ ਵੀ ਸ਼ਾਮਲ ਨੇ। ਮੇਰਾ ਮਤਲਬ ਹੈ ਕਿ ਲੋਕ ਸੰਘਰਸ਼ ਬਣ ਚੁੱਕਿਆ ਹੈ। ਸੋ ਲੋਕ ਸੰਘਰਸ਼ ਨੂੰ ਦਬਾਉਣਾ ਬਹੁਤ ਔਖਾ ਹੁੰਦਾ ਹੈ ਔਰ ਖਾਸ ਤੌਰ ਤੇ ਜਿਹੜਾ ਸੰਘਰਸ਼ ਲਗਭਗ 4 ਮਹੀਨਿਆਂ ਤੋਂ ਟੱਪ ਜਾਏ ਔਰ ਲੰਬਾ ਸਮਾਂ ਜਿਹੜਾ ਹੈਗਾ ਉਹ ਚੱਲਦਾ ਰਹੇ, ਉਸ ਸੰਘਰਸ਼ ਨੂੰ ਦਬਾਉਣਾ ਸਰਕਾਰਾਂ ਲਈ ਬਹੁਤ ਹੀ ਔਖਾ ਹੁੰਦਾ ਹੈ। ਸੋ ਇਸ ਕਰਕੇ ਇਹ ਸੰਘਰਸ਼ ਲੰਬਾ ਚੱਲੇਗਾ। ਜਿਵੇਂ ਧਾਲੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹਨੇ ਪੰਜਾਬ ਦੇ ਵਿੱਚ ਬੀਜੇਪੀ ਦੀ ਬਲੀ ਲਈ ਹੈ, ਆਉਣ ਵਾਲੇ ਸਮੇਂ ਦੇ ਵਿੱਚ JJP ਔਰ ਬੀਜੇਪੀ ਦੀ ਸਰਕਾਰ ਦੀ ਬਲੀ ਲਏਗਾ, ਫਿਰ ਉਸ ਤੋਂ ਬਾਅਦ UP ਦੇ ਵਿੱਚ BJP ਜਿਹੜੀ ਹੈਗੀ ਹੈ ਸਾਫ਼ ਹੋ ਸਕਦੀ ਹੈ ਔਰ ਉੱਤਰਾਖੰਡ ਦੇ ਵਿੱਚ BJP ਦਾ ਸਫਾਇਆ ਹੋ ਸਕਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਸੰਘਰਸ਼ ਹੈ, ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਹੋ ਰਹੀਆਂ ਨੇ ਚੋਣਾਂ 5 ਸੂਬਿਆਂ ਦੇ ਵਿੱਚ, ਉੱਥੇ ਵੀ ਇਹ BJP ਨੂੰ ਬਹੁਤ ਸਾਰਾ ਨੁਕਸਾਨ ਜਿਹੜਾ ਹੈਗਾ ਦੇ ਸਕਦਾ ਹੈ। ਇਹਦੀਆਂ ਭਵਿੱਖਬਾਣੀਆਂ ਮੈਨੂੰ ਲੱਗਦਾ ਹੈ ਕਿ ਕਿਉਂਕਿ BJP ਨੂੰ ਇਸ ਕਿਸਾਨ ਅੰਦੋਲਨ ਦੀ ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਕਲੇਸ਼ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਜਿੱਦਾਂ ਡਾਕਟਰ ਭੀਮਿੰਦਰ ਨੂੰ ਵੀ ਤੁਸੀਂ ਸੁਣਿਆ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਧਾਲੀਵਾਲ ਸਾਹਿਬ ਨੇ ਵੀ ਕਿਹਾ, ਕਿਸਾਨੀ ਅੰਦੋਲਨ ਦੀ ਹਮਾਇਤ ਤਾਂ ਸਾਰੀਆਂ ਧਿਰਾਂ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਤਾਂ ਸਾਰੀਆਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ, ਪਰ ਕਿਤੇ ਕਿਸਾਨੀ ਅੰਦੋਲਨ ਦੇ ਨਾਂ ਤੇ ਇਹ ਵੀ ਐਲੀਗੇਸ਼ਨ ਲੱਗ ਰਿਹਾ ਕਿ ਰਾਜਸੀ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਰਾਜਸੀ ਧਿਰਾਂ ਵੱਲੋਂ। ਜਗਤਾਰ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਰਾਜਨੀਤੀ ਤੇ ਰਣਨੀਤੀ ਇਹ ਕਿਸੇ ਵੀ ਜੰਗ ਦੇ ਦੋ ਅਹਿਮ ਹਿੱਸੇ ਹੁੰਦੇ ਨੇ। ਜਦੋਂ ਜੰਗ ਲੱਗ ਜਾਂਦੀ ਹੈ ਉੱਥੇ ਰਣਨੀਤੀ ਵੀ ਉਨੀ ਜ਼ਰੂਰੀ ਹੈ, ਰਾਜਨੀਤੀ ਵੀ ਉਨੀ ਜ਼ਰੂਰੀ ਹੈ। ਗੱਲ ਇਹ ਹੈਗੀ ਹੈ ਕਿ ਰਾਜਨੀਤੀ ਪੋਜ਼ਿਟਿਵ ਹੋਵੇ, ਪ੍ਰੋਡਕਟਿਵ ਹੋਵੇ ਤੇ ਉਸ ਲਾਈਨ ਦੇ ਉੱਤੇ ਹੋਵੇ ਜਿਸ ਤਰ੍ਹਾਂ ਜੰਗ ਜਿੱਤਣੀ। ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਪ੍ਰੋਫੈਸਰ ਭੀਮਿੰਦਰ ਸਾਹਿਬ ਨੇ ਵੀ ਕੀਤੀ ਹੈ ਔਰ ਧਾਲੀਵਾਲ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਕਿ ਕਿੱਦਾਂ ਐਡਾ ਇੱਕ ਲੰਬਾ ਅਲਾਇੰਸ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਆ ਕੇ ਤੋੜਨਾ ਪਿਆ। ਇਹਨੂੰ ਕਹਿੰਦੇ ਆ ਪ੍ਰੋਡਕਟਿਵ ਰਾਜਨੀਤਿਕ ਮੂਵ, ਇਹਨੂੰ ਕਹਿੰਦੇ ਨੇ ਲੋਕਾਂ ਦੇ ਹਿੱਤ ਦੇ ਵਿੱਚ ਫੈਸਲਾ ਲੈਣਾ। ਸ਼੍ਰੋਮਣੀ ਅਕਾਲੀ ਦਲ ਇਹਦੇ 'ਚ ਕੋਈ ਮੁਨਕਰ ਨਹੀਂ ਕਿ ਕੇਂਦਰ ਦੇ ਵਿੱਚ ਭਾਈਵਾਲ ਸੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੋਜ਼ਿਟਿਵ ਰੋਲ ਇਹ ਖੇਤੀਬਾੜੀ ਕਾਨੂੰਨਾਂ ਦੇ ਜਦੋਂ ਆਰਡੀਨੈਂਸ ਆਉਣ ਤੋਂ ਬਾਅਦ ਔਰ ਇਹ ਐਕਟ ਬਣਨ ਤੋਂ ਪਹਿਲਾਂ ਲਗਾਤਾਰ ਨਿਭਾਇਆ, ਕਿਉਂਕਿ ਅਸੀਂ ਕਿਸਾਨ ਜਥੇਬੰਦੀਆਂ ਔਰ ਕੇਂਦਰ ਸਰਕਾਰ ਦੇ ਵਿੱਚ ਪੁਲ ਦਾ ਕੰਮ ਕੀਤਾ। ਲਗਾਤਾਰ ਕਿਸਾਨਾਂ ਦੇ ਖਦਸ਼ੇ ਕੇਂਦਰ ਕੋਲ ਲੈ ਕੇ ਜਾ ਰਹੇ ਸੀ, ਪਰ ਜਦੋਂ BJP ਨੇ ਸਾਡੀ ਸੁਣਵਾਈ ਨਹੀਂ ਕੀਤੀ, ਸਾਡੇ ਤੋਂ ਬਿਨਾਂ ਪੁੱਛੇ ਕਾਨੂੰਨ ਟੇਬਲ ਕਰ ਦਿੱਤੇ ਗਏ, ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਅਸੀਂ ਇਹਨਾਂ ਦਾ ਵਿਰੋਧ ਵੀ ਕੀਤਾ ਔਰ ਕੁਰਸੀ ਵੀ ਛੱਡੀ, ਭਾਈਵਾਲੀ ਵੀ ਛੱਡੀ। ਪਰ ਗੱਲ ਅੱਜ ਇਹ ਹੈਗੀ ਹੈ ਕਿ ਰਾਜਨੀਤਿਕ ਰੋਟੀਆਂ ਸੇਕ ਕੌਣ ਰਿਹਾ? ਇੱਕ ਪਾਸੇ ਕਾਂਗਰਸ ਪਾਰਟੀ ਜਿਹਦੇ ਮੁੱਖ ਮੰਤਰੀ ਉਸ ਕਮੇਟੀ ਦੇ ਮੈਂਬਰ ਸੀ, ਆਰਡੀਨੈਂਸ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਸਾਹਿਬ ਜਾਂਦੇ ਰਹੇ, ਕਦੇ ਸੂਬੇ ਨੂੰ ਨਹੀਂ ਦੱਸਿਆ ਕਿ ਐਸੇ ਕੋਈ ਕਾਨੂੰਨ ਆ ਰਹੇ ਨੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇਸ਼ ਦੀ ਉਹ ਪਹਿਲੀ ਪਾਰਟੀ ਹੈ ਜਿਹਨੇ ਇਹ ਕਾਨੂੰਨ ਦਿੱਲੀ ਦੇ ਵਿੱਚ ਨੋਟੀਫਾਈ ਕੀਤੇ, ਲਾਗੂ ਕੀਤੇ। ਇਹਨਾਂ ਦੇ ਭਗਵੰਤ ਮਾਨ ਸਾਹਿਬ ਜਦੋਂ ਲੋਕ ਸਭਾ ਦੇ ਵਿੱਚ ਬਿੱਲਾਂ ਦੇ ਖਿਲਾਫ VOTING ਹੋਈ, ਉਹ VOTING ਤੱਕ ਦੇ ਵਿੱਚ ਪ੍ਰੈਜ਼ੈਂਟ ਨਹੀਂ ਸੀ। ਔਰ ਹੁਣ ਤਾਂ ਲੇਟੈਸਟ ਇਹ ਮਿੰਟਸ ਆਫ ਮੀਟਿੰਗ ਦੀ ਗੱਲ ਕਰਦੇ ਨੇ। ਮੈਂ ਤਾਂ ਪੁੱਛੂਗਾ ਕਿ ਜਿਹੜਾ ਤਿੰਨਾਂ ਚੋਂ ਇੱਕ ਸਟੈਂਡਿੰਗ ਕਮੇਟੀ ਨੇ ਇੱਕ ਕਾਨੂੰਨ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਹੈ, ਉਹਦੇ ਭਗਵੰਤ ਮਾਨ ਸਾਹਿਬ ਮੈਂਬਰ ਹੈ, ਮਿੰਟਸ ਬਾਹਰ ਆ ਚੁੱਕੇ ਨੇ, ਕਿਤੇ ਕੋਈ ਵਿਰੋਧ ਨਹੀਂ ਹੈਗਾ। ਉਹਨੂੰ ਛੁਪਾਉਣ ਲਈ
ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਲਗਾਓ ਜਿਹਨੇ ਕਿਸਾਨ ਹਿੱਤਾਂ ਲਈ ਸਭ ਕੁਝ ਕੁਰਬਾਨ ਕਰਕੇ ਸਿੱਟਤਾ। ਮੇਰਾ ਤਾਂ ਅੱਜ ਸਵਾਲ ਹੈ ਕਿ ਭਗਵੰਤ ਮਾਨ ਸਾਹਿਬ ਪਾਰਲੀਮੈਂਟ ਦੇ ਵਿੱਚ ਕਹਿੰਦੇ ਸੀ ਮੈਨੂੰ ਚੱਕ ਕੇ ਚਾਹੇ ਬਾਹਰ ਸਿੱਟ ਦੋ, ਮੇਰੀ ਕੁਰਸੀ ਚਲੀ ਜਾਂਦੀ ਹੈ ਚਲੀ ਜਾਵੇ। ਕੀ ਅੱਜ ਇੱਕ ਸਟੈਂਡਿੰਗ ਕਮੇਟੀ ਦੇ ਕੁਝ ਜਿਹੜੇ ਭੱਤੇ ਸੀ ਉਹ ਇਹਨਾਂ ਲਈ ਇੰਨੇ ਜ਼ਰੂਰੀ ਹੋ ਗਏ ਕਿ ਕਿਸਾਨੀ ਹਿੱਤਾਂ ਦੀ ਪਿੱਠ ਦੇ ਵਿੱਚ ਛੁਰਾ ਮਾਰੇ? ਸੋ ਮੈਂ ਜਗਤਾਰ ਜੀ ਇੱਕ ਗੱਲ ਜ਼ਰੂਰ ਮੰਨਦਾ ਕਿ ਇਹ ਜਿਹੜੀ ਲੜਾਈ ਹੈ ਇਹ ਲੜਾਈ ਸਹੀ ਰਣਨੀਤੀ ਨਾਲ ਤੇ ਰਾਜਨੀਤਿਕ ਮੂਵ ਨਾਲ ਹੀ ਜਿੱਤੀ ਜਾਊਗੀ, ਦਿੱਲੀ ਦੇ ਉੱਤੇ ਪ੍ਰੈਸ਼ਰ ਬਣਾ ਕੇ ਹੀ ਜਿੱਤੀ ਜਾਊਗੀ। ਔਰ ਜਿੱਥੇ ਤੱਕ ਕਿਸਾਨੀ ਸੰਘਰਸ਼ ਦੀ ਗੱਲ ਹੈ, ਕਿਸਾਨ ਇੱਕ ਜੈਨਰਿਕ ਟਰਮ ਹੈ, ਇਹ ਸਾਰੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਕਿਸਾਨ ਹੀ ਬੈਠੇ ਨੇ। ਸੋ ਇਸ ਅੰਦੋਲਨ ਨੂੰ ਭਰਪੂਰ ਸਮਰਥਨ ਹੈ ਕਿਉਂਕਿ ਕਿਸੇ ਦੀ ਲੜਾਈ ਨਹੀਂ, ਸਾਡੀ ਨਿੱਜੀ ਲੜਾਈ ਹੈ। ਸੋ ਨਿੱਜੀ ਲੜਾਈ ਉੱਥੇ ਸਾਰਾ ਪੰਜਾਬ ਸਾਰਾ ਦੇਸ਼ ਇਕਜੁੱਟ ਹੈ। ਜੀ ਕਲੇ ਜੀ, ਇੱਕ ਛੋਟਾ ਜਿਹਾ ਸਵਾਲ ਜਿਹੜਾ ਹੈਗਾ ਸਮੇਂ ਦੇ ਲਿਹਾਜ਼ ਨਾਲ ਮੈਂ ਸੰਖੇਪ 'ਚ ਜਵਾਬ ਚਾਹਾਂਗਾ। ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਹੈਗਾ ਉਹਨੂੰ ਮਜਬੂਰੀ ਦੇ ਵਿੱਚ ਭਾਜਪਾ ਨਾਲ ਅਲਾਇੰਸ ਛੱਡਣਾ ਪਿਆ। ਜਿਹੜੀਆਂ ਪ੍ਰਸਿੱਧੀਆਂ ਬਣੀਆਂ ਉਹਨਾਂ ਦਾ ਜਿਹੜਾ ਭਗਵੰਤ ਮਾਨ ਦੀ ਤੁਸੀਂ ਗੱਲ ਕਰਦੇ ਉਹਨਾਂ ਕਹਿਣਾ ਕਿ ਪਹਿਲਾਂ ਕੈਬਨਿਟ ਦੇ ਵਿੱਚ ਬੈਠ ਕੇ ਮੈਚ ਕੀਤੀ ਹੈ, ਫਿਰ ਜਦੋਂ ਪ੍ਰਸਿੱਧੀਆਂ ਆਈਆਂ ਤਾਂ ਫਿਰ ਬਾਹਰ ਆਉਣਾ ਪਿਆ ਅਕਾਲੀ ਦਲ ਨੂੰ, ਕੈਬਨਿਟ ਦੇ ਵਿੱਚੋਂ ਕੇਂਦਰ ਨੂੰ ਛੱਡ ਕੇ ਆਉਣਾ ਪਿਆ। ਜਗਤਾਰ ਜੀ ਇਹ ਤਾਂ ਸ਼ੱਕ ਦੇ ਬਿਨਾਂ ਤੇ ਗੱਲ ਕਰਦੇ ਆ। ਅਸੀਂ ਤਾਂ ਕਹਿੰਦੇ ਆ ਕਿ ਸਾਡਾ ਡਿਸੈਂਟਿੰਗ ਨੋਟ ਹੈ। ਜਿਹੜੇ ਲੋਕ ਸ਼ਰੇਆਮ ਹਮਾਇਤ ਕਰਕੇ ਆਏ ਨੇ ਤਿੰਨਾਂ ਚੋਂ ਇੱਕ ਬਿੱਲ ਦੀ ਔਰ ਜਿਨ੍ਹਾਂ ਨੇ ਦਿੱਲੀ 'ਚ ਲਾਗੂ ਕੀਤਾ ਉਹ ਸਾਡੇ ਤੇ ਸਵਾਲ ਕਰਨ। ਔਰ ਮੈਂ ਤਾਂ ਫਿਰ ਗੱਲ ਕਹਿਣਾ ਕਿ ਅਗਰ ਸਾਡੀ ਮਜਬੂਰੀ ਵੀ ਬਣੀ, ਅਗਰ ਕਿਸਾਨਾਂ ਦੇ ਪ੍ਰੈਸ਼ਰ ਦੇ ਝੁਕਾਅ 'ਚ ਅਸੀਂ ਅਸਤੀਫਾ ਵੀ ਦਿੱਤਾ ਤਾਂ ਇਹ ਇੱਕ ਚੰਗੀ ਗੱਲ ਹੈ ਕਿ ਕਿਸਾਨਾਂ ਦੀ ਉਹ ਪਾਰਟੀਆਂ ਜਿਨ੍ਹਾਂ ਨੇ ਉਹਨਾਂ ਦਾ ਦਬਾਅ ਮੰਨਿਆ, ਅਸੀਂ ਉਹਨਾਂ ਨਾਲ ਧੋਖਾ ਨਹੀਂ ਕਮਾਇਆ, ਪਿੱਠ 'ਚ ਛੁਰਾ ਨਹੀਂ ਮਾਰਿਆ। ਅਗਰ ਕਿਸਾਨੀ ਸੰਘਰਸ਼ ਨੇ ਵੀ ਸਾਡੀ ਕੁਰਸੀ ਲਈ ਹੈ ਤਾਂ ਸਾਨੂੰ ਸਿਰ ਮੱਥੇ ਕਬੂਲ ਹੈ, ਅਸੀਂ ਉਹਨਾਂ ਦੀ ਪਾਰਟੀਆਂ ਜਿਨ੍ਹਾਂ ਨੇ ਉਹਨਾਂ ਦਾ ਦਬਾਅ ਸਹਿੰਦੇ ਹੋਏ ਵੀ ਕੁਰਸੀ ਛੱਡਤੀ। ਓਕੇ, ਥੈਂਕ ਯੂ ਕਲੇ ਜੀ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਅਕਾਲੀ ਦਲ ਉਲਟਾ ਟੈਰੇ 'ਚ ਖੜਾ ਕਰ ਰਿਹਾ ਭਗਵੰਤ ਮਾਨ ਨੂੰ। ਸਿੱਧੂ ਸਾਹਿਬ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ। ਇਹਦਾ ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਉਹ ਪਾਰਟੀ ਹੈ ਜਿਹੜੀ ਸ਼ਰੇਆਮ ਸਾਈਨ ਕਰਕੇ ਔਰ ਲਗਾਤਾਰ 6.5-7 ਸਾਲ ਇਹ ਬੀਜੇਪੀ ਦਾ ਹਿੱਸਾ ਰਹੀ ਹੈ। ਔਰ ਹੁਣ ਤੱਕ ਮੈਂ 45 ਕਾਨੂੰਨਾਂ ਦੀ ਗੱਲ ਕੀਤੀ ਸੀਗੀ ਕਿ 45 ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਇਹਨਾਂ ਦਾ ਬਕਾਇਦਾ ਤੌਰ ਤੇ ਹਰ ਚੀਜ਼ ਉੱਥੇ ਸਾਂਝ ਇਹਨਾਂ ਦੀ ਪਈ ਹੈ ਬੀਜੇਪੀ ਦੇ ਨਾਲ। ਔਰ ਪਿਛਲੇ ਮਜਬੂਰੀ 'ਚ ਇਹਨਾਂ ਨੇ ਆਪਣਾ ਸਾਰਾ ਕੁਝ ਤੋੜਿਆ, ਉਹਨਾਂ ਨੂੰ ਤੋੜ ਵਿਛੋੜਾ ਕੀਤਾ। ਔਰ ਤੁਸੀਂ ਇਹ ਦੇਖੋ ਕਿ ਜਿਹੜੀ ਕਲੇਰ ਸਾਹਿਬ ਗੱਲ ਕਰ ਰਹੇ ਨੇ ਕਿ ਦਿੱਲੀ ਦੇ ਵਿੱਚ ਕਾਨੂੰਨ ਲਾਗੂ ਕਰਤੇ, ਮੈਨੂੰ ਇਹ ਦੱਸੋ ਵੀ ਜਦੋਂ ਇਹ ਮਸਲਾ ਖੇਤੀਬਾੜੀ ਦਾ ਹੈਗਾ ਇਹ ਸਟੇਟਾਂ ਦਾ, ਔਰ ਜਦੋਂ ਉਸ ਵੇਲੇ ਤੁਹਾਨੂੰ ਯਾਦ ਹੋਏਗਾ ਕਿ ਸੁਖਬੀਰ ਬਾਦਲ ਸਾਹਿਬ ਜਦੋਂ 370 ਖਤਮ ਹੋ ਰਹੀ ਸੀਗੀ ਉਦੋਂ ਉਹਨਾਂ ਦੇ ਬਕਾਇਦਾ ਤੌਰ ਤੇ ਪੱਖ 'ਚ ਖੜਦੇ ਆ। ਔਰ ਉਦੋਂ ਕਿਉਂ ਨਹੀਂ ਉਹਨਾਂ ਨੇ ਅਸਤੀਫਾ ਦਿੱਤਾ? ਉਦੋਂ ਉਹਨਾਂ ਦੇ ਨਾਲ ਸਾਥ ਰਹੇ ਨੇ, ਭਾਈਵਾਲ ਰਹੇ ਨੇ ਜਦੋਂ ਜਿਹੜੇ ਸਟੇਟਾਂ ਦੇ ਪਰ ਕੱਟੇ ਜਾ ਰਹੇ ਸੀਗੇ। ਸੋ ਲਗਾਤਾਰ ਮੇਰਾ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਅਕਾਲੀ ਦਲ ਉਹਦਾ ਸਾਂਝ ਰਹੀ ਹੈ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਕਿਉਂਕਿ ਮਿਨਿਸਟਰ ਸਾਹਿਬਾਨ ਰਹੇ ਆ, ਬੀਬੀ ਹਰਸਿਮਰਤ ਬਾਦਲ ਜੀ, ਉਹਨਾਂ ਦੇ ਸਾਈਨ ਹੋਏ ਨੇ ਔਰ ਸਾਈਨ ਹੋ ਕੇ ਉਹ ਬਿੱਲ ਜਿਹੜੇ ਨੇ ਪਾਸ ਕੀਤੇ ਗਏ ਨੇ। ਹੁਣ ਇਹ ਕਹਿ ਦੇਣਾ ਜੀ ਉੱਥੇ ਪਾਸ ਕਰ ਬਿੱਲ ਤੋਂ ਪਹਿਲਾਂ ਤਾਂ ਸਟੇਟਾਂ ਨੇ ਤਾਂ ਜਦੋਂ ਤੁਸੀਂ ਸੈਂਟਰ ਦੇ ਵਿੱਚੋਂ ਕੋਈ ਚੀਜ਼ ਲਾਗੂ ਹੁੰਦੀ ਹੈ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਲਾਗੂ ਹੋਣੇ ਨੇ। ਇਸੇ ਗੱਲ ਦੀ ਤਾਂ ਰੌਲਾ ਪੈ ਰਿਹਾ ਹੈ। ਇਸੇ ਗੱਲ ਦੀ ਤਾਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਕਿਵੇਂ ਕੇਜਰੀਵਾਲ ਦੀ ਸਰਕਾਰ ਦੇ ਪਰ ਕੁਤਰੇ ਨੇ ਔਰ ਸਾਰੀਆਂ ਪਾਵਰਾਂ ਐਲਜੀ ਨੂੰ ਦੇਤੀਆਂ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਨੂੰ ਬਹੁਤ ਇਸ ਵੇਲੇ ਜਿਹੜਾ ਹੈਗਾ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਹ ਤਾਂ ਆਪਣੀ ਮਤਲਬ ਹੁਣ ਜ਼ਮੀਨ ਤਲਾਸ਼ ਰਹੇ ਨੇ ਕਿ ਸਾਨੂੰ ਲੋਕ ਕਿਤੇ ਡਾਂਗਾ ਨਾ ਮਾਰਨ, ਸਾਨੂੰ ਕੋਈ ਲੋਕ ਕਿਤੇ ਕੁੱਟ ਕਟਈਆ ਨਾ ਕਰ ਦੇਣ। ਸੋ ਉਹ ਗੱਲ ਹੋ ਰਹੀ ਹੈ, ਆਪਣਾ ਬਚਾਅ ਕਰ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੀ ਥੈਂਕ ਯੂ ਵੈਰੀ ਮਚ ਕਲੀਅਰ ਜੀ। ਮੈਂ ਆ ਰਿਹਾ ਤੁਹਾਡੇ ਵੱਲ ਬ੍ਰੇਕ ਤੋਂ ਬਾਅਦ। ਆਪਾਂ ਲੈਣੇ ਇੱਕ ਛੋਟੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ ਕਿ ਕਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਇੱਕ ਪਾਸੇ, ਦੂਜੇ ਪਾਸੇ ਕਿਵੇਂ ਉਹਨੂੰ ਫਿਰਕੂ ਅੱਗ 'ਚ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰਾਸ਼ਟਰੀ ਪਾਰਟੀਆਂ ਦੇ ਸਵਾਲ, ਇਹਨਾਂ ਸਾਰੇ ਮਾਮਲਿਆਂ ਤੇ ਲਵਾਂਗੇ ਚਰਚਾ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਧਾਲੀਵਾਲ ਸਾਹਿਬ, ਮੈਂ ਇਸ ਮੁੱਦੇ ਤੇ ਕਲੇਰ ਜੀ ਤੋਂ ਜਵਾਬ ਲੈਣ ਤੋਂ ਪਹਿਲਾਂ ਜੋ ਇੱਕ ਮਾਮਲਾ ਜਿਹੜਾ ਹੋਲੇ ਮਹੱਲੇ ਦੇ ਮੌਕੇ ਤੇ ਉੱਭਰ ਕੇ ਸਾਹਮਣੇ ਆਇਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਦੂਜੇ ਸਿੰਘ ਸਾਹਿਬਾਨ ਨੇ ਇੱਕ ਗੱਲ ਸਪਸ਼ਟ ਤੌਰ ਤੇ ਕਹੀ ਹੈ ਕਿ ਜਿਹੜਾ ਕੇਂਦਰ ਹੈ ਅਤੇ ਪੰਜਾਬ ਜਿਹੜਾ ਹੈਗਾ
ਉਸ ਦੇ ਨਾਲ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਘੱਟ ਗਿਣਤੀਆਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ, ਇਸ ਦੇ ਖਿਲਾਫ ਜਿਹੜੇਗਾ ਘੱਟ ਗਿਣਤੀਆਂ ਨੂੰ ਤੇ ਦੂਜੀਆਂ ਧਿਰਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਇਹ ਆਵਾਜ਼ ਅਕਾਲ ਤਖਤ ਸਾਹਿਬ ਵੱਲੋਂ, ਸਿੰਘ ਸਾਹਿਬ ਵੱਲੋਂ ਉੱਠਣੀ ਆਪਣੇ ਆਪ 'ਚ ਇਸ ਦਾ ਨੋਟਿਸ ਲੈਣਾ ਬਣਦਾ ਹੈ। ਧਾਲੀਵਾਲ ਸਾਹਿਬ, ਤੁਸੀਂ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਕਵਰ ਕਰਦੇ ਆ ਰਹੇ ਹੋ, ਆਖਰਕਾਰ ਇਹ ਮਾਮਲਾ ਕਿਉਂ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ? ਦੇਖੋ, ਹਲੇ ਤੱਕ ਜਿਹੜੀ ਸਮਰਥਨ ਹੈਗਾ ਪੋਲੀਟੀਕਲ ਪਾਰਟੀਆਂ ਦਾ, ਮੇਰਾ ਖਿਆਲ ਹੈ ਉਹ ਬਿਆਨਬਾਜ਼ੀ ਤੱਕ ਹੀ ਸੀਮਤ ਹੈਗਾ। ਉਸ ਤੋਂ ਅੱਗੇ ਨਹੀਂ ਵਧੀਆਂ ਪੋਲੀਟੀਕਲ ਪਾਰਟੀਆਂ। ਜੇ ਕਿਸਾਨਾਂ ਨੇ ਚਲੋ ਉਹਨਾਂ ਨੂੰ ਸਟੇਜ ਸਾਂਝੀ ਨਹੀਂ ਕਰਨ ਦਿੱਤੀ, ਤਾਂ ਵੀ ਰਾਜਨੀਤਿਕ ਪਾਰਟੀਆਂ ਦਾ, ਭਾਵੇਂ ਮੈਂ ਕਿਸੇ ਪਾਰਟੀਕੁਲਰ ਪਾਰਟੀ ਦਾ ਨਹੀਂ ਨਾਂ ਲਵਾਂਗਾ, ਮੈਂ ਕਹਿੰਦਾ ਕਿ ਸਾਰੀਆਂ ਦਾ, ਭਾਵੇਂ ਉਹ ਛੋਟੀਆਂ ਪਾਰਟੀਆਂ ਭਾਵੇਂ ਵੱਡੀਆਂ ਪਾਰਟੀਆਂ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਇੱਕ ਸਮੂਹਕ ਤੌਰ ਤੇ ਪੰਜਾਬ ਵਿੱਚ ਇੱਕ ਬਿਲਡ ਕਰਦੇ, ਰਾਜਨੀਤਿਕ ਆਪਣੇ ਲਹਿਰ ਬਿਲਡ ਕਰਦੇ ਤੇ ਪ੍ਰੈਸ਼ਰ ਪਾਉਂਦੇ ਆਪਣਾ ਕੇਂਦਰ ਸਰਕਾਰ ਤੇ ਜਾ ਕੇ ਕਿ ਜੇ ਤੁਸੀਂ ਸਾਡੇ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੇ। ਪੰਜਾਬ ਦੇ, ਹਰਿਆਣੇ ਦੇ ਤੇ ਯੂਪੀ ਦੇ ਜਿਹੜੇ ਪੋਲੀਟੀਕਲ ਬੰਦੇ ਸੀ ਉਹ ਇਕੱਠੇ ਹੋ ਸਕਦੇ ਸੀ। ਤੁਹਾਡੇ ਯਾਦ ਹੋਣਾ ਕਿ ਥੋੜੀ ਦੇਰ ਪਹਿਲਾਂ ਚੰਦੂ ਮਾਜਰਾ ਸਾਹਿਬ ਗਏ ਸੀਗੇ, ਉਹ ਮਤਲਬ ਵੀ ਬੰਗਾਲ 'ਚ ਵੀ ਜਾ ਕੇ ਆਏ ਸੀਗੇ, ਉਹ ਮਹਾਰਾਸ਼ਟਰ 'ਚ ਵੀ ਜਾ ਕੇ ਆਏ ਸੀਗੇ। ਉਹਨਾਂ ਨੇ ਇੱਕ ਜਿਹੜਾ ਫੈਡਰਲ ਸਟਰਕਚਰ ਜਿਹੜਾ ਹੈਗਾ, ਜਿਹੜਾ ਕਿ ਖੁਰ ਰਿਹਾ ਹੁਣ, ਜਿਹਨੂੰ ਖੋਰਾ ਲੱਗ ਰਿਹਾ ਹੈ, ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਪੋਲੀਟੀਕਲੀ ਮੂਵਮੈਂਟ ਬਿਲਡ ਕਰਨੀ ਹੈ ਤਾਂ ਕਿ ਜਿਹੜਾ ਫੈਡਰਲ ਜਿਹੜਾ ਸਿਸਟਮ ਭੰਗ ਹੋ ਰਿਹਾ ਹੈ ਜਾਂ ਟੁੱਟ ਰਿਹਾ ਹੈ ਉਹਨੂੰ ਮੁੜ ਕੇ ਬਹਾਲ ਕੀਤਾ ਜਾਵੇ, ਰਾਜਾਂ ਦੀਆਂ ਸ਼ਕਤੀਆਂ ਨੂੰ ਬਹਾਲ ਕੀਤਾ ਜਾਵੇ। ਜਿਸ ਤਰ੍ਹਾਂ ਉਹਨੇ ਯਤਨ ਕੀਤਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਮੇਰਾ ਖਿਆਲ ਹੈ ਕਿ ਉਸ ਤਰ੍ਹਾਂ ਸਾਰੀਆਂ ਪਾਰਟੀਆਂ ਨੂੰ ਇਸ ਪਾਸੇ ਵੀ ਯਤਨ ਕਰਨਾ ਚਾਹੀਦਾ, ਇਕੱਠੇ ਹੋਣਾ ਚਾਹੀਦਾ ਹੈ। ਇੱਕ ਸਾਂਝੀ ਕਾਮਨ ਮੀਟਿੰਗ ਬੁਲਾ ਲੈਣੀ ਚਾਹੀਦੀ, ਆਲ ਪਾਰਟੀ ਮੀਟਿੰਗ ਬੁਲਾ ਲੈਣੀ ਚਾਹੀਦੀ, ਇਨੀਸ਼ੀਏਟਿਵ ਲੈਣਾ ਚਾਹੀਦਾ ਹੈ। ਇਕੱਠੇ ਹੋ ਕੇ ਪ੍ਰੈਸ਼ਰ ਬਿਲਡ ਕਰੋ ਤਾਂ ਕਿ ਕਿਸਾਨੀ ਦੀ ਮਦਦ ਹੋ ਸਕੇ। ਦੇਖੋ, ਪੰਜਾਬ ਦੇ ਕਿਸਾਨ ਉੱਥੇ ਬਹੁਤ ਜ਼ਿਆਦਾ ਬੈਠੇ ਨੇ, 40-50 ਹਜ਼ਾਰ ਬੰਦਾ ਪੰਜਾਬ ਦਾ ਹੈਗਾ। ਜੇ ਆਪਾਂ ਸਿੰਘੂ ਬਾਰਡਰ ਲਾ ਲਈਏ, ਟਿੱਕਰੀ ਬਾਰਡਰ ਲਾ ਲਈਏ, ਭਾਵੇਂ ਆਪਾਂ ਸ਼ਾਹਜਹਾਨਪੁਰਾ, ਜਿਹੜੇ ਵੈਸਟਰਨ ਯੂਪੀ ਤੋਂ ਕਿਸਾਨ ਆਏ ਹੋਏ ਨੇ ਉਹ ਵੀ ਪੰਜਾਬੀ ਕਿਸਾਨ ਹੀ ਨੇ, ਬਾਜਪੁਰ ਏਰੀਏ ਤੋਂ ਆਏ ਹੋਏ ਨੇ ਬਹੁਤ ਸਾਰੇ ਕਿਸਾਨ। ਤਾਂ ਕਿੰਨੀ ਮੈਨ ਪਾਵਰ ਵੇਸਟ ਹੋ ਰਹੀ ਹੈ, ਕਿੰਨੀ એનર્ਜੀ ਵੇਸਟ ਹੋ ਰਹੀ ਹੈ, ਕਿੰਨਾ ਪੈਸਾ ਲੱਗ ਰਿਹਾ ਹੈ, ਸਾਰਾ ਕੁਝ। ਜਿੰਨਾ ਚਿਰ ਮੇਰਾ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ, ਉਹਨਾਂ ਨੂੰ ਐਕਟਿਵ ਭੂਮਿਕਾ ਨਿਭਾਉਣੀ ਚਾਹੀਦੀ ਹੈ, ਬਿਆਨਬਾਜ਼ੀ ਤੋਂ ਅੱਗੇ ਵਧਣਾ ਚਾਹੀਦਾ ਹੈ, ਅੱਗੇ ਵਧ ਕੇ ਕੰਮ ਕਰਨਾ ਚਾਹੀਦਾ ਹੈ। ਜਦੋਂ ਪੋਲੀਟੀਕਲ ਪ੍ਰੈਸ਼ਰ ਬਣਦਾ ਹੈਗਾ ਤਾਂ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਕੋਈ ਵੀ ਸਰਕਾਰ ਹੋਵੇ, ਉਹ ਬਹੁਤੀ ਦੇਰ ਟਿਕ ਨਹੀਂ ਸਕੇਗੀ, ਉਹਨਾਂ ਨੂੰ ਕਿਸਾਨਾਂ ਦੀ ਗੱਲ ਸੁਣਨੀ ਪਏਗੀ। 22 ਜਨਵਰੀ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਘੱਟੋ ਘੱਟ ਸਾਰੀਆਂ ਪੋਲੀਟੀਕਲ ਪਾਰਟੀਆਂ ਜਾ ਕੇ ਧਰਨਾ ਤਾਂ ਮਾਰ ਹੀ ਸਕਦੀਆਂ ਨਾ, ਦਿੱਲੀ ਵਿੱਚ ਸਾਰੇ ਐਮਪੀ ਧਰਨਾ ਮਾਰ ਸਕਦੇ ਨੇ ਜਾ ਕੇ, ਹੈ ਨਾ। ਉਹ ਹਰਿਆਣੇ ਦੇ ਐਮਪੀਆਂ ਨੂੰ ਵੀ ਕਹਿ ਸਕਦੇ ਵੀ ਆਓ ਆਪਾਂ ਧਰਨਾ ਮਾਰੀਏ। ਉਹ ਯੂਪੀ ਦੇ ਐਮਪੀ ਵੀ ਜਿਹੜੇ ਸਪੋਰਟ ਕਰਦੇ ਉਹਨਾਂ ਨੂੰ ਜਾ ਕੇ ਕਹਿ ਸਕਦੇ ਨੇ, ਜਾਂ ਪੁਰਾਣੇ ਬੰਦਿਆਂ ਨੂੰ ਇਕੱਠੇ ਕਰ ਸਕਦੇ ਨੇ। ਤਾਂ ਮੇਰਾ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਹੈ। ਉਹਦੇ ਨਾਲ ਜਿਹੜਾ ਇਹ ਸੰਕਟ ਖੜਾ ਹੋਇਆ ਹੈ ਕਾਫੀ ਦੇਰ ਤੋਂ, 6 ਮਹੀਨੇ ਹੋ ਗਏ ਲਗਾਤਾਰ, ਤੁਸੀਂ ਦੇਖੋ ਕਿ ਕਿਸਾਨਾਂ ਨੂੰ ਉੱਥੇ ਤਕਰੀਬਨ ਆਪਣੇ ਸੰਘਰਸ਼ ਚੱਲਦੇ ਨੂੰ 4 ਮਹੀਨੇ ਤਾਂ ਉੱਥੇ ਬੈਠਾ ਨਹੀਂ ਹੋ ਗਏ। ਤਾਂ ਇਹ ਬਹੁਤ ਲਮਕ ਗਿਆ ਗੱਲ ਸਾਰੀ। ਤੇ ਪੋਲੀਟੀਕਲ ਪਾਰਟੀਆਂ ਨੂੰ ਮੇਰਾ ਖਿਆਲ ਹੈ ਕਿ ਮੋਰ ਜਿਹੜੀ ਐਕਟਿਵ, ਜਿਹਨੂੰ ਕਹਿੰਦੇ ਆਖਾਂ, ਮੋਰ ਸਰਗਰਮੀ ਨਾਲ, ਜਿਹੜੀ ਆਪਾਂ ਪੂਰੀ ਸਰਗਰਮੀ ਨਾਲ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੇਰਾ ਇਹ ਆਪਣਾ ਖਿਆਲ ਹੈ। ਬਾਕੀ ਪੋਲੀਟੀਕਲ ਪਾਰਟੀਆਂ ਨੇ ਫੈਸਲੇ ਆਪਣੇ ਮੁਤਾਬਕ ਲੈਣੇ ਹੁੰਦੇ ਨੇ। ਠੀਕ ਹੈ ਕਿ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਚੋਣਾਂ ਹੋਣੀਆਂ ਨੇ, ਉਹ ਚੋਣਾਂ ਕਰਕੇ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੀ ਸਪੇਸ ਖੋਹਣ ਵਾਸਤੇ ਇਸ ਵੇਲੇ ਯਤਨ ਕਰ ਰਹੀਆਂ ਨੇ, ਆਪਣੀ ਸਪੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਹ ਤਾਂ ਚੱਲੇਗੀ, ਉਹ ਜਿਹੜੀ ਤੂੰ ਮੈਂ ਪੋਲੀਟੀਕਲ ਪਾਰਟੀਆਂ ਚੱਲਦੀ ਹੁੰਦੀ ਹੈ, ਚੋਣਾਂ ਤੋਂ ਪਹਿਲਾਂ ਥੋੜ੍ਹੀ ਜ਼ਿਆਦਾ ਤੇਜ਼ ਹੋ ਜਾਂਦੀ ਹੈ, ਉਹ ਚੱਲੇਗੀ, ਸੁਭਾਵਿਕ ਜਿਹੀ ਗੱਲ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਆਸ ਵਿੱਚ ਮਿਹਣੋ ਮਿਹਣੀ ਹੋਣਾ, ਆਸ ਵਿੱਚ ਇੱਕ ਦੂਜੇ ਨੂੰ ਮਤਲਬ ਉਹਦੀ ਸਪੇਸ ਪਾਉਣ ਦੀ ਕੋਸ਼ਿਸ਼ ਕਰਨਾ ਚੱਲਦਾ ਰਹਿੰਦਾ ਹੈ। ਇਹ ਨੈਚੁਰਲ ਵਰਤਾਰਾ ਡੈਮੋਕ੍ਰੇਸੀ ਦਾ ਹਿੱਸਾ। ਇਹਦੇ ਵਿੱਚ ਕੋਈ ਮਤਲਬ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਹੈਗੀ ਕੋਈ ਆਪਾਂ ਜਿਹਦੇ ਤੇ ਕੋਈ ਉਹ ਕਰ ਸਕੀਏ ਕਿ ਕੋਈ ਨੁਕਤਾਚੀਨੀ ਕਰ ਸਕੀਏ। ਇਹ ਕੁਦਰਤੀ ਵਰਤਾਰਾ ਹੈਗਾ। ਪਰ ਚਾਹੀਦਾ ਇਸ ਵੇਲੇ ਹੈਗਾ ਕਿ ਦੇਖੋ, ਬਹੁਤ ਸਾਰੇ ਇਕੱਲਾ ਕਿਸਾਨੀ ਦਾ ਮੁੱਦਾ ਨਹੀਂ। ਜਿਸ ਤਰ੍ਹਾਂ ਭੀਮਿੰਦਰ ਜੀ ਨੇ ਪਹਿਲਾਂ ਕਿਹਾ ਸੀਗਾ ਕਿ ਜਿਹੜੀਆਂ ਨਵੀਆਂ ਨਵ ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦਾ ਨੁਕਸਾਨ ਕੱਲ੍ਹ ਨੂੰ ਸਾਰੇ ਲੋਕਾਂ ਨੂੰ ਹੋਣਾ ਹੈ। ਭਾਵੇਂ ਉਹ ਮਜ਼ਦੂਰ ਕਲਾਸ ਹੈ, ਭਾਵੇਂ ਉਹ ਕਿਸਾਨ ਨੇ, ਭਾਵੇਂ ਉਹ ਅੰਪਲਾਈ ਵਰਗ ਹੈਗਾ, ਭਾਵੇਂ ਉਹ ਵਪਾਰੀ ਹੈ ਛੋਟਾ, ਉਹ ਸਾਰੇ ਵਰਗਾਂ ਨੂੰ ਹੋਣਾ ਹੈ। ਸੋ ਇਸ ਕਰਕੇ ਜਦੋਂ ਸਮੁੱਚੇ ਲੋਕਾਂ ਦੇ ਅਸਰ ਪੈਣੇ ਇਹਨਾਂ ਗੱਲਾਂ ਦਾ, ਤਾਂ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ, ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਕਿਸਾਨਾਂ ਨੇ ਇੱਕ ਵਧੀਆ ਕਿਸਾਨਾਂ ਦੇ ਮਜ਼ਦੂਰਾਂ ਨੇ ਇੱਕ ਵਧੀਆ ਪਲੇਟਫਾਰਮ ਪ੍ਰੋਵਾਈਡ ਕੀਤਾ ਹੈ। ਜੇ ਅਸੀਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਰੋਕਣਾ ਹੈ ਤਾਂ ਸਾਡਾ ਫਰਜ਼ ਬਣਦਾ ਹੈ, ਪੋਲੀਟੀਕਲ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸਾਰੇ ਇਕੱਠੇ ਹੋ ਕੇ ਇੱਕ ਲੜਾਈ ਲੜਨ। ਨਹੀਂ ਤਾਂ ਦੇਖੋ ਜਿਹੜਾ 1991 ਤੋਂ ਵਰਤਾਰਾ ਸ਼ੁਰੂ ਹੋਇਆ ਸੀ
ਜਿਹੜਾ ਨਿਊ ਲਿਬਰਲਿਜ਼ਮ ਸ਼ੁਰੂ ਹੋਇਆ ਸੀ ਲਾਗੂ ਕੀਤਾ, ਨਵੀਆਂ ਨੀਤੀਆਂ, ਜਿਹੜਾ WTO ਦਾ ਪ੍ਰੈਸ਼ਰ ਸੀਗਾ ਜਾਂ ਗੈਟ ਸਮਝੌਤੇ ਦਾ ਪ੍ਰੈਸ਼ਰ ਸੀ ਜਾਂ ਹੋਰ ਇਸ ਤਰ੍ਹਾਂ ਦੀਆਂ ਉਹਦੇ ਨਤੀਜੇ ਸਾਹਮਣੇ ਆ ਰਹੇ ਆ। ਉਹਦੇ ਨਤੀਜੇ ਹੁਣ ਸਾਹਮਣੇ ਆ ਰਹੇ ਨੇ। ਜਦੋਂ ਭਾਜਪਾ ਆਈ ਉਹਨੇ ਹੋਰ ਅਗਰੈਸਿਵਲੀ ਕੰਮ ਕਰਨਾ ਸ਼ੁਰੂ ਕਰਤਾ, ਬੜੀ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰਤਾ ਇਹਨਾਂ ਮੁੱਦਿਆਂ ਤੇ। ਜਿਹੜੇ ਹੁਣ ਆਪਣਾ ਮਜ਼ਦੂਰਾਂ ਬਾਰੇ ਕਾਨੂੰਨ ਬਣਾਏ ਨੇ ਜਾਂ ਲੇਬਰ ਬਾਰੇ ਕਾਨੂੰਨ ਬਣਾਏ ਨੇ ਜਾਂ ਫੈਕਟਰੀ ਵਰਕਰਾਂ ਬਾਰੇ ਕਾਨੂੰਨ ਬਣਾਏ ਨੇ, ਉਹ ਇੰਨੇ ਮਾਰੂ ਨੇ, ਇੰਨੇ ਨੁਕਸਾਨਦੇਹ ਹੈਗੇ ਨੇ ਕਿ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਮੈਂ 1 ਮਿੰਟ ਲੈ ਕੇ ਤੁਹਾਡਾ ਫਿਰ ਖਤਮ ਕਰਨ ਲੱਗਿਆ। ਹੁਣ ਦੇਖੋ ਵੀ ਜਿਹੜੇ ਅਸੀਂ ਮਿਡਲ ਕਲਾਸ ਦੇ ਬੰਦੇ ਹੈਗੇ ਆ, ਭਾਵੇਂ ਉਹ ਅਰਸ਼ਦੀਪ ਨੇ, ਭਾਵੇਂ ਪ੍ਰੋਫੈਸਰ ਭੀਮ ਨੇ, ਭਾਵੇਂ ਮੈਂ ਹੈਗਾ, ਭਾਵੇਂ ਜਗਤਾਰ ਜੀ ਤੁਸੀਂ ਹੋ, ਤੁਸੀਂ ਆਪਣੇ ਬੱਚਿਆਂ ਤੇ ਇੱਕ ਬੱਚੇ ਦੇ ਘੱਟੋ ਘੱਟ 30 40 ਲੱਖ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ, 40 ਲੱਖ ਰੁਪਇਆ ਲਾਇਆ, ਉਹਨੂੰ ਅੱਛੀ ਐਜੂਕੇਸ਼ਨ ਦਿੱਤੀ ਹੈ, ਕਿਸੇ ਨੇ ਆਪਣੇ ਬੱਚੇ ਨੂੰ ਇੰਜੀਨੀਅਰ ਬਣਾਇਆ, ਕਿਸੇ ਨੂੰ ਡਾਕਟਰ ਬਣਾਇਆ, ਉਹਦਾ ਫਾਇਦਾ ਕੌਣ ਉਠਾ ਰਹੇ ਨੇ ਇਸ ਵੇਲੇ? ਉਹਨਾਂ ਦੀ ਜਿਹੜੀ ਸਾਡੀ ਇਨਵੈਸਟਮੈਂਟ ਦਾ ਫਾਇਦਾ ਕੌਣ ਉਠਾ ਰਿਹਾ? ਕਾਰਪੋਰੇਟ ਵੱਡ ਉਠਾ ਰਿਹਾ। ਸਾਡੇ ਬੱਚੇ ਜਾ ਕੇ ਕੋਈ IT ਸੈਕਟਰ 'ਚ ਕੰਮ ਕਰ ਰਿਹਾ ਹੈ, ਕੋਈ ਕਿਤੇ ਵਕੀਲ ਬਣ ਕੇ ਕੰਪਨੀਆਂ 'ਚ ਕੰਮ ਕਰ ਰਿਹਾ ਹੈ, ਕੋਈ ਕਿਤੇ ਹੋਰ ਥਾਵਾਂ 'ਤੇ ਜਾ ਕੇ ਕੰਮ ਕਰ ਰਿਹਾ, ਕਿਸੇ ਵੱਖਰੇ ਅਦਾਰਿਆਂ 'ਚ ਕੰਮ ਕਰ ਰਹੇ ਨੇ। ਮਤਲਬ ਕਰੋੜਾਂ ਰੁਪਏ ਕਮਾ ਰਹੇ ਨੇ। ਸਾਡੇ ਬੱਚਿਆਂ ਨੂੰ ਅਸੀਂ ਇੰਨੇ ਪੈਸੇ ਲਾ ਕੇ ਇਨਵੈਸਟ ਕਰਕੇ ਬੱਚੇ ਪੜ੍ਹਾਏ ਨੇ, ਉਹਨਾਂ ਨੂੰ ਕਿਸੇ ਨੂੰ 20,000 ਰੁਪਇਆ ਦੇ ਰਹੇ ਨੇ, ਕਿਸੇ ਨੂੰ 40,000 ਰੁਪਇਆ ਦੇ ਰਹੇ ਨੇ, ਕਿਸੇ ਨੂੰ ਵੱਧ ਤੋਂ ਵੱਧ 60-70,000 ਰੁਪਇਆ ਦੇ ਰਹੇ ਨੇ। ਉਹਦਾ ਪੈਕੇਜ ਕਹਿੰਦੇ ਜੀ ਇਹ 7 ਲੱਖ ਦੀ ਪੈਕੇਜ ਹੈ ਜੀ ਬੱਚੇ ਦੀ, ਇਹ ਬੱਚੇ ਦੀ 10 ਲੱਖ ਦੀ ਪੈਕੇਜ ਹੈ ਜੀ, ਹੈ ਨਾ। ਜਿਹੜਾ ਜ਼ਿਆਦਾ ਪੈਸੇ ਥੋੜ੍ਹਾ ਜਿਹਾ ਜ਼ਿਆਦਾ ਬੱਚਾ ਇੰਟੈਲੀਜੈਂਟ ਦਾ 15 ਲੱਖ ਦੀ ਪੈਕੇਜ ਦੇ ਦਿੰਦੇ ਨੇ। ਸੋ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੈਗਾ ਇਹਨੂੰ ਰੋਕਣ ਵਾਸਤੇ ਇਕੱਠੇ ਹੋਣਾ ਜ਼ਰੂਰੀ ਹੈ। ਥੈਂਕ ਯੂ। ਧਾਲੀਵਾਲ ਸਾਹਿਬ, ਇੱਕ ਸਵਾਲ ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਹੋਰ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਉਹ ਕਿ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਕਿ ਸੰਘਰਸ਼ ਜਿਹੜਾ ਹੈਗਾ ਵੱਖ-ਵੱਖ ਜਿਹੜੀਆਂ ਵਰਗਾਂ ਨਾਲ ਸੰਬੰਧਿਤ ਹੈ, ਮੁਲਾਜ਼ਮ ਹੈ, ਮਜ਼ਦੂਰ ਹੈ, ਕਿਸਾਨ ਹੈ, ਸਭ ਨਾਲ ਸੰਬੰਧਿਤ ਹੈ, ਪਰ ਜਿਹੜੀ ਦੂਜੇ ਪਾਸੇ ਹਾਕਮ ਧਿਰ ਹੈ ਉਹਦੀ ਲਗਾਤਾਰ ਕੋਸ਼ਿਸ਼ ਹੈ ਕਿ ਇਸ ਅੰਦੋਲਨ ਦੀ ਸੰਘੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਹੈ ਕੁੱਟੀ ਜਾਵੇ। ਜਿਹੜੀ ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨੀ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਹੈ, ਇਹਦੇ ਬਾਵਜੂਦ ਇਹਨੂੰ ਪੰਜਾਬ ਤੱਕ ਜਿਹੜਾ ਨੱਪਣ ਦੀ ਕੋਸ਼ਿਸ਼ ਵਾਲੀ, ਪੰਜਾਬ ਨਾਲ ਬਾਰ-ਬਾਰ ਜੋੜ ਕੇ ਇਹ ਕੋਸ਼ਿਸ਼ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਦੇਸ਼ ਦਾ ਅੰਦੋਲਨ ਨਹੀਂ ਜਾਂ ਕਿਸੇ ਇੱਕ ਵਰਗ ਦਾ, ਇੱਕ ਜਾਤ ਦਾ, ਇੱਕ ਧਰਮ ਦਾ ਅੰਦੋਲਨ ਹੈ। ਜਗਤਾਰ ਜੀ, ਇਹਦਾ ਇੱਕ ਬੜਾ ਪੋਜ਼ਿਟਿਵ ਪਹਿਲੂ ਹੈਗਾ ਜਾਂ ਇਹਦਾ ਇੱਕ ਬੜੀ ਖੂਬਸੂਰਤ ਪਹਿਲੂ ਹੈਗਾ। ਭਾਜਪਾ ਪਹਿਲਾਂ ਕਦੇ ਕਿਸੇ ਨੂੰ ਨਕਸਲਵਾੜੀ ਕਹਿ ਕੇ, ਕਿਸੇ ਨੂੰ ਖਾਲਿਸਤਾਨੀ ਕਹਿ ਕੇ, ਕਿਸੇ ਨੂੰ ਦੇਸ਼ ਧਰੋਹੀ ਕਹਿ ਕੇ ਜਾਂ ਕਿਸੇ ਦੇ ਕੋਈ ਹੋਰ ਇਸ ਕਿਸਮ ਦਾ ਇਲਜ਼ਾਮ ਲਾ ਕੇ ਉਹ ਨਿੰਦਦੀ ਸੀ ਜਾਂ ਭੰਡਦੀ ਸੀ। ਉਹਨੂੰ ਕੁੱਟਣ ਦਾ ਮਤਲਬ ਇੱਕ ਤਰ੍ਹਾਂ ਰਾਜਨੀਤਿਕ ਤੌਰ ਤੇ ਉਹਨੂੰ ਕੁੱਟਣ ਦੀ ਕੋਸ਼ਿਸ਼ ਕਰਦੀ ਸੀ। ਪਰ ਕਿਸਾਨ ਅੰਦੋਲਨ ਤੋਂ ਬਾਅਦ ਕਾਮਯਾਬੀ ਹੋਈ ਹੈ। ਕਾਮਯਾਬੀ ਹੋਈ ਹੈ। ਦੇਖੋ ਦੇਸ਼ ਧਰੋਹੀ ਦੇ ਆਪਣਾ ਕੇਸ ਬਣੇ, ਹੋਰ ਬੜੇ ਕੇਸ ਬਣੇ, ਕਈ ਬੰਦੇ ਕਿਸ ਤਰ੍ਹਾਂ ਅੰਦਰ ਵੀ ਹੈਗੇ, ਜੇਲ੍ਹਾਂ ਵਿੱਚ ਵੀ ਹੈਗੇ ਨੇ ਬਹੁਤ ਸਾਰੇ ਲੋਕ। ਪਰ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਇਹ ਭਾਜਪਾ ਦਾ ਨੈਰੇਟਿਵ ਸੀਗਾ, ਜਿਹੜਾ ਕਿ ਉਹ ਕਦੇ ਕਿਸੇ ਨੂੰ ਦੇਸ਼ ਧਰੋਹੀ ਕਹੋ, ਕਿਸੇ ਨੂੰ ਖਾਲਿਸਤਾਨੀ ਕਹੋ, ਕਿਸੇ ਨੂੰ ਮਾਓਇਸਟ ਕਹੋ, ਕਿਸੇ ਨੂੰ ਕੁਛ ਕਹੋ, ਉਹ ਨੈਰੇਟਿਵ ਪੂਰੀ ਤਰ੍ਹਾਂ ਫੇਲ ਹੋ ਰਿਹਾ ਦੇਸ਼ ਵਿੱਚ। ਇਸ ਵੇਲੇ ਜਦੋਂ ਖਾਲਿਸਤਾਨੀ ਕਿਹਾ ਗਿਆ ਕਿਸਾਨਾਂ ਨੂੰ, ਤਾਂ ਹਰਿਆਣਾ ਦੇ ਜਾਟ ਭਾਈਚਾਰੇ ਨੇ ਮੂਹਰੇ ਹੋ ਕੇ ਕਿਹਾ ਕਿ ਨਹੀਂ, ਇਹ ਖਾਲਿਸਤਾਨੀ ਨਹੀਂ, ਇਹ ਕਿਸਾਨ ਨੇ। ਇਸ ਤਰ੍ਹਾਂ ਯੂਪੀ ਦੇ ਟਕੈਤ ਨੇ ਕਿਹਾ ਕਿ ਟਕੈਤ ਨੇ ਸਟੇਜ ਤੋਂ ਕਿਹਾ ਕਿ ਨਹੀਂ, ਤੁਸੀਂ ਖਾਲਿਸਤਾਨੀਆਂ ਨੂੰ ਕਹਿੰਦੇ ਹੋ, ਨਹੀਂ ਇਹ ਸਾਡੇ ਕਿਸਾਨ ਭਾਈ ਨੇ, ਇਹਨਾਂ ਦਾ ਕੋਈ ਖਾਲਿਸਤਾਨ ਨਾਲ ਸੰਬੰਧ ਨਹੀਂ, ਤੁਸੀਂ ਜਾਣ-ਬੁੱਝ ਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹੋ। ਤਾਂ ਇੱਕ ਦੇਸ਼ ਵਿੱਚ ਜਿਹੜਾ ਨੈਰੇਟਿਵ BJP ਬਿਲਡ ਕਰ ਰਹੀ ਸੀ, ਉਹਨੂੰ ਲਗਾਤਾਰ ਉਹਦੀ ਹਾਰ ਹੋ ਰਹੀ ਹੈ। ਮੇਰਾ ਖਿਆਲ ਹੈ ਕਿ ਇਹਦਾ ਬਹੁਤ ਪਹਿਲੂ ਹੈ ਜਿਹੜਾ ਇਹ ਨੈਰੇਟਿਵ ਕਾਫੀ ਦੇਰ ਤੋਂ 5 ਸਾਲ ਉਹਨੇ ਲੋਕਾਂ ਨੂੰ ਕੁੱਟਣ ਵਾਸਤੇ ਜਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਭੇਜਣ ਵਾਸਤੇ ਵਰਤਿਆ ਹੈ, ਉਹਨੂੰ ਬਹੁਤ ਵੱਡੀ ਇੱਕ ਠੱਲ ਪਈ ਹੈ। ਥੈਂਕ ਯੂ ਧਾਲੀਵਾਲ ਸਾਹਿਬ। ਕਲੇਸ਼ ਜੀ, ਤੁਸੀਂ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੋ। ਡਾਕਟਰ ਭੀਮਿੰਦਰ ਨੇ ਆਪਨੇ ਜੋ ਅਕਾਲੀ ਦਲ ਬਾਰੇ ਕਿਹਾ ਉਹਦਾ ਜਵਾਬ ਤਾਂ ਤੁਸੀਂ ਦਿਓਗੇ। ਪਰ ਧਾਲੀਵਾਲ ਸਾਹਿਬ ਨੇ ਕਿਹਾ ਕਿ ਜੇ ਸਾਰੀਆਂ ਰਾਜਸੀ ਧਿਰਾਂ ਆਪਣੀ ਲੜਾਈ ਜਿਹੜੀ ਸੱਤਾ ਦੀ ਉਹ ਤਾਂ ਚੱਲਦੀ ਰਹਿਣੀ ਹੈ, ਪਰ ਕਿਸਾਨ ਅੰਦੋਲਨ ਦੇ ਮੁੱਦੇ ਤੇ ਜੇ ਸਾਂਝੀ ਜ਼ਿੰਮੇਵਾਰੀ ਅਪਣਾਈ ਜਾਵੇ ਤਾਂ ਇਹਦੇ ਨਾਲ ਅੰਦੋਲਨ ਨੂੰ ਬਹੁਤ ਵੱਡਾ ਹਲਾਰਾ ਮਿਲ ਸਕਦਾ ਹੈ। ਇਹਨਾਂ ਮੁੱਦਿਆਂ ਤੇ ਦੋਨਾਂ ਤੇ ਮੈਂ ਜਵਾਬ ਚਾਹਾਂਗਾ। ਕਲੇਸ਼ ਜੀ, ਤੁਹਾਡਾ। ਜਗਤਾਰ ਜੀ, ਦੇਖੋ ਗੱਲ ਇਹ ਹੈਗੀ ਹੈ ਕਿ ਸਾਰੀਆਂ ਪਾਰਟੀਆਂ, ਮੈਂ ਜਿੱਦਾਂ ਕਿਹਾ ਕਿ ਕਿਸਾਨ ਇੱਕ ਜੈਨਰਿਕ ਟਰਮ ਹੈ, ਇਹ ਸਾਰੀਆਂ ਪਾਰਟੀਆਂ ਦੇ ਵਿੱਚ ਸੋ ਇਹ ਇੱਕ ਸਾਂਝਾ ਮੁੱਦਾ ਹੈਗਾ ਔਰ ਸਾਰੀ ਇਹਦੀ ਲੜਾਈ ਲੜ ਰਹੇ ਆ। ਪਰ ਕਿਤੇ ਨਾ ਕਿਤੇ ਸਟਾਰਟਿੰਗ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਪੈਰਲਲ ਪ੍ਰੋਗਰਾਮਾਂ ਤੇ ਵੀ ਇਤਰਾਜ਼ ਕੀਤਾ, ਅਗਰ ਉਹ ਸਟੇਜਾਂ ਸਾਂਝੀਆਂ ਕਰਨ ਤੇ ਵੀ ਇਤਰਾਜ਼ ਕੀਤਾ। ਪਰ ਸਾਡੇ ਵਰਕਰ ਲਗਾਤਾਰ, ਫਿਰ ਚਾਹੇ ਮੈਂ ਆਪਣੀ ਪਾਰਟੀ ਦੀ ਗੱਲ ਕਰਾਂ, ਫਿਰ ਚਾਹੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੋਣ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਲਗਾਤਾਰ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਹੈ। ਔਰ ਤੁਸੀਂ ਦੇਖੋਗੇ ਕਿ ਜਦੋਂ ਹੁਣ ਉੱਥੇ 26 ਜਨਵਰੀ ਦਾ ਇਨਸੀਡੈਂਟ ਹੋਇਆ,
ਉੱਥੇ ਜਿਹੜੇ ਸਾਡੇ ਪੰਜਾਬੀ ਮੁੰਡਿਆਂ ਤੇ ਜੋ ਤਸ਼ੱਦਦ ਹੋਇਆ, ਕੇਸ ਬਣਾਏ ਗਏ, ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੇ। ਔਰ ਮੈਂ ਤਾਂ ਭੀਮਿੰਦਰ ਜੀ ਨੂੰ ਸਵਾਲ ਕਰਦਾ ਕਿ ਫੂਲਕਾ ਸਾਹਿਬ ਵਰਗੇ ਬੰਦੇ ਔਰ ਦਿੱਲੀ ਜਿਹੜਾ ਤੁਹਾਡੇ ਉੱਥੇ ਵਕੀਲ ਹੈਗੇ ਕੇਜਰੀਵਾਲ ਸਾਹਿਬ ਦੇ, ਉਹ ਤਾਂ ਵਿਰੋਧ ਕਰਦੇ ਰਹੇ ਨੇ ਕੋਰਟਾਂ ਦੇ ਵਿੱਚ, ਇਹ ਕਿਉਂ ਨਹੀਂ ਬੋਲਦੇ ਉਹ ਗੱਲਾਂ ਦੇ ਉੱਤੇ? ਮੇਰੀ ਗੱਲਾਂ ਦਾ ਜਵਾਬ ਦੇਣ। ਛੱਜ ਤੇ ਬੋਲੇ, ਛਾਨਣੀ ਵੀ ਬੋਲੇ, ਇਹ ਅੱਜ ਇਹਨਾਂ ਦੇ ਉੱਤੇ ਮੈਨੂੰ ਲੱਗਦਾ ਜ਼ਿਆਦਾ ਟੁਕੂਗੀ, ਕਿਉਂਕਿ 3 ਗੱਲਾਂ ਦਾ ਮੈਨੂੰ ਜਵਾਬ ਦੇਣ। ਪਹਿਲੀ ਗੱਲ, ਜਦੋਂ ਉੱਥੇ ਸਾਡੇ ਬੱਚਿਆਂ ਦੀਆਂ ਬੇਲਾਂ ਦਿੱਲੀ ਦੇ ਵਿੱਚ ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਫੜਿਆਂ ਦੀਆਂ ਲੱਗ ਰਹੀਆਂ ਸੀ, ਤਾਂ ਇਹਨਾਂ ਦੇ ਵਕੀਲ ਉੱਥੇ ਕਿਉਂ ਵਿਰੋਧ ਕਰ ਰਹੇ ਸੀ? ਦੂਜੀ ਗੱਲ, ਜਿਹੜਾ ਭਗਵੰਤ ਮਾਨ ਸਟੈਂਡਿੰਗ ਕਮੇਟੀ ਦੀ ਮੈਂ ਗੱਲ ਕਰਦਾ ਹਾਂ, ਉਹ ਕਹਿੰਦੇ ਕਿ ਐਸੈਂਸ਼ੀਅਲ ਕਮੋਡਿਟੀਜ਼ ਉੱਥੇ ਡਿਸਕਸ ਹੀ ਨਹੀਂ ਹੋਇਆ। 5 ਪੇਜ ਤੋਂ ਲੈ ਕੇ 16 ਪੇਜ ਤੱਕ ਐਸੈਂਸ਼ੀਅਲ ਕਮੋਡਿਟੀਜ਼ ਡਿਸਕਸ ਹੋਇਆ। ਸਾਰੇ ਮੈਂਬਰਾਂ ਨੇ ਉਹਦੇ ਤੇ ਆਪਣੀ ਰਾਏ ਰੱਖੀ, ਇਕੱਲੇ ਭਗਵੰਤ ਮਾਨ ਨੇ ਨਹੀਂ ਰੱਖੀ, ਜਦ ਕਿ ਮੀਟਿੰਗ ਦੇ ਵਿੱਚ ਪ੍ਰੈਜ਼ੈਂਟ ਸੀਗੇ। ਔਰ ਦਿੱਲੀ ਦੇ ਵਿੱਚ ਇਹ ਕਾਨੂੰਨਾਂ ਨੂੰ ਨੋਟੀਫਾਈ ਕੀਤਾ ਗਿਆ ਬਕਾਇਦਾ। ਹੋਰ ਕਿੰਨੀਆਂ ਕੁ ਸਟੇਟਾਂ ਨੇ ਨੋਟੀਫਾਈ ਕਰਤਾ? ਅਗਰ ਆਪਾਂ ਇਹ ਗੱਲ ਅੱਜ ਕਹਿੰਦੇ ਆ ਕਿ ਕੇਂਦਰ ਦੇ ਕਾਨੂੰਨ ਤਾਂ ਲਾਗੂ ਹੋਣੇ ਆ, ਫਿਰ ਨੋਟੀਫਾਈ ਕਿਉਂ ਕਰਦੇ ਹੋ? ਇਹਨਾਂ ਨੇ ਨੋਟੀਫਾਈ ਕੀਤਾ ਔਰ ਅੱਜ ਤੱਕ। ਚੌਥੀ ਗੱਲ, ਭੀਮਿੰਦਰ ਜੀ ਔਨ ਰਿਕਾਰਡ ਦੱਸ ਦੇਣ ਕਿ ਦਿੱਲੀ ਦੀ ਵਿਧਾਨ ਸਭਾ ਨੇ ਕੋਈ ਮਤਾ ਪਾਇਆ ਇਹ ਕਾਨੂੰਨਾਂ ਦੇ ਖਿਲਾਫ? ਨਹੀਂ ਪਾਇਆ। ਸਿਰਫ ਇੱਕ ਦਿੱਲੀ ਦੀ ਵਿਧਾਨ ਸਭਾ 'ਚ ਕਾਪੀ ਜ਼ਰੂਰ ਫਾੜੀ ਹੈ, ਔਨ ਰਿਕਾਰਡ ਵਿਧਾਨ ਸਭਾ ਨੇ ਇੱਕ ਨਿੰਦਾ ਮਤਾ ਵੀ ਨਹੀਂ ਪਾਇਆ ਇਹਨਾਂ ਦੇ ਖਿਲਾਫ। ਸੋ ਮੈਂ ਜਗਤਾਰ ਜੀ ਜ਼ਰੂਰ ਮੰਨਦਾ ਕਿ ਲੜਾਈ ਮੁੱਦੇ ਤੇ ਜਵਾਬ ਇਸ ਮੁੱਦੇ ਤੇ ਜਵਾਬ ਲੈ ਲੈਣਾ ਜਾਊਗੀ ਸਾਰਿਆਂ ਵੱਲੋਂ, ਪਰ ਇਹ 4 ਗੱਲਾਂ ਦਾ ਜਵਾਬ ਲਾਈਨ ਬਾਈ ਲਾਈਨ ਦੇ ਦੇਣ, ਗੱਲ ਨੂੰ ਘੁਮਾਉਣ ਨਾ। ਇਹ 4 ਗੱਲਾਂ ਦਾ ਸਿੱਧਾ ਜਵਾਬ ਦੇਣ ਕਿ ਕੀ ਕਹਿਣਾ ਜੀ। ਕਲੀਅਰ ਜੀ, ਇੱਕ ਹੋਰ ਅਹਿਮ ਸਵਾਲ ਮੈਂ ਅੱਗੇ ਜਾਣ ਤੋਂ ਪਹਿਲਾਂ ਉਹਦਾ ਜਵਾਬ ਵੀ ਚਾਹਾਂਗਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੋਲਾ ਮਹੱਲਾ ਦੇ ਮੌਕੇ ਤੇ ਜਿਹੜਾ ਕਿਹਾ ਹੈ ਕਿ ਕੇਂਦਰ ਚਾਹੇ ਪੰਜਾਬ ਹੈ ਜਾਂ ਦੇਸ਼ ਦੀਆਂ ਘੱਟ ਗਿਣਤੀਆਂ, ਉਹਦੇ ਖਿਲਾਫ ਲਗਾਤਾਰ ਧੱਕਾ ਕਰ ਰਿਹਾ ਹੈ, ਇਹਦੇ ਖਿਲਾਫ ਵੀ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਜਿਹੜਾ ਜਥੇਦਾਰ ਨੇ ਕਿਹਾ ਹੈ, ਇਸ ਮੁੱਦੇ ਤੇ ਵੀ ਮੈਂ ਤੁਹਾਡੇ ਸੰਖੇਪ ਚ ਕਮੈਂਟਸ ਚਾਹਾਂਗਾ। ਕਲੀਅਰ ਜੀ। ਜਗਤਾਰ ਜੀ, ਅਕਾਲ ਤਖਤ ਸਾਹਿਬ ਮਹਾਨ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਮਹਾਨ ਹੈ, ਸੋ ਉਹਨਾਂ ਦੀ ਤਾਂ ਕਿਸੇ ਵੀ ਟਿੱਪਣੀ ਅੱਗੇ ਮੇਰਾ ਸਿਰ ਝੁਕਦਾ। ਪਰ ਵਾਕਈ ਜਦੋਂ ਦੇਸ਼ ਦੇ ਵਿੱਚ ਦੇਖੋਗੇ ਤਾਂ ਅੱਜ ਲੱਗ ਰਿਹਾ ਹੈ ਕਿ ਕੇਂਦਰ ਵਰਸਸ ਸੂਬਾ ਹੋ ਚੁੱਕਿਆ ਹੈ। ਅੱਜ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ ਡੈਮੋਕ੍ਰੇਸੀ ਨਾਮ ਦੀ ਚੀਜ਼ ਖਤਮ ਹੋ ਕੇ ਡਿਕਟੇਟਰਸ਼ਿਪ ਵੱਲ ਨੂੰ ਕਦਮ ਵੱਧ ਚੁੱਕਿਆ ਹੈ। ਸੋ ਅਗਰ ਕੋਈ ਐਸਾ ਮਾਹੌਲ ਦੇਸ਼ ਦੇ ਵਿੱਚ ਸਿਰਜਿਆ ਜਾ ਰਿਹਾ ਹੈ, ਔਰ ਤੁਸੀਂ ਇੱਕ ਗੱਲ ਨੋਟਿਸ ਕਰੋਗੇ, ਅੱਜ ਬੀਜੇਪੀ ਦੇ ਨੁਮਾਇੰਦੇ ਨਹੀਂ, ਮੈਂ ਤੁਹਾਡੀ ਲਾਸਟ ਡਿਬੇਟ ਤੇ ਵੀ ਕਿਹਾ ਸੀ ਕਿ ਦੇਸ਼ ਸਿਵਲ ਵਾਰ ਦੀ ਪਹਿਲੀ ਪੌੜੀ ਚੜ੍ਹ ਚੁੱਕਿਆ ਹੈ। ਜੋ ਮਲੋਟ ਦੇ ਵਿੱਚ ਇਨਸੀਡੈਂਟ ਹੋਇਆ, ਬੇਹੱਦ ਮੰਦਭਾਗਾ, ਬੇਹੱਦ ਸ਼ਰਮਨਾਕ। ਪੰਜਾਬੀ ਲੋਕਾਂ ਦੀ ਇੱਜ਼ਤਾਂ ਢੱਕਣ ਵਾਲੇ ਲੋਕ, ਪੰਜਾਬੀ ਰੱਖਿਆ ਕਰਨ ਵਾਲੇ ਲੋਕ, ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਪਰ ਸਿਵਲ ਵਾਰ ਦੀ ਸਿਚੁਏਸ਼ਨ ਹੈ, ਲੋਕਾਂ ਦੇ ਬਸੋਂ ਬਾਹਰ ਗੱਲ ਹੋ ਗਈ। ਨਾ ਤਾਂ ਕੇਂਦਰ ਦੀ ਸਰਕਾਰ, ਨਾ ਪੰਜਾਬ ਦੀ ਸਾਡੀ ਆਪਣੀ ਸਰਕਾਰ ਕੋਈ ਉੱਥੇ ਲੜਾਈ ਲੜ ਰਹੀ ਹੈ। ਸੋ ਵਾਕਈ ਜੋ ਜਥੇਦਾਰ ਸਾਹਿਬ ਨੇ ਕਿਹਾ, ਮੈਂ ਉਹਨਾਂ ਦੀ ਗੱਲ ਨੂੰ ਇੰਡੋਰਸ ਕਰੂੰਗਾ। ਮੈਂ ਤਾਂ ਇੰਡੋਰਸ ਕਰਨ ਵਾਲਾ ਵੀ ਕੋਈ ਨਹੀਂ, ਮੈਂ ਤਾਂ ਉਹਨਾਂ ਦੀ ਗੱਲ ਅੱਗੇ ਸਿਰ ਝੁਕਾਉਣਾ ਨਮਨ ਕਰਦਾ ਕਿ ਦੇਸ਼ ਦੇ ਵਿੱਚ ਵਾਕਈ ਉਸ ਤਰ੍ਹਾਂ ਦਾ ਮਾਹੌਲ ਹੁਣ ਸਿਰਜਿਆ ਜਾ ਰਿਹਾ। ਓਕੇ, ਥੈਂਕ ਯੂ ਵੈਰੀ ਮਚ। ਡਾਕਟਰ ਭੀਮਿੰਦਰ ਜੀ ਨੇ ਭਗਵੰਤ ਮਾਨ ਨੂੰ ਲੈ ਕੇ ਜਿਸ ਮਾਮਲੇ ਤੇ ਉਹਨਾਂ ਨੇ ਕਿਹਾ 3-4 ਮੁੱਦਿਆਂ ਦੀ ਗੱਲ ਕੀਤੀ। ਉਹਨਾਂ ਨੇ ਵਿਧਾਨ ਸਭਾ ਦਿੱਲੀ ਦੀ ਗੱਲ ਕੀਤੀ ਹੈ, ਭਗਵੰਤ ਮਾਨ ਦੀ ਸਟੈਂਡਿੰਗ ਕਮੇਟੀ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਜਵਾਬ ਨਹੀਂ ਆਇਆ। ਤੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜਦੋਂ ਕੇਸਾਂ ਦੀ ਗੱਲ ਹੁੰਦੀ ਹੈ ਤਾਂ ਆਪ ਦੇ ਜਿਹੜੇ ਵਕੀਲ ਹੈ ਉਹ ਉਹਨਾਂ ਕੇਸਾਂ ਦਾ ਵਿਰੋਧ ਕਿਉਂ ਕਰਦੇ ਰਹੇ, ਜਦੋਂ ਕਿ ਦਿੱਲੀ ਦੀ ਗੁਰਦੁਆਰਾ ਕਮੇਟੀ ਤੇ ਹੋਰ ਇਹਨਾਂ ਮੁੱਦਿਆਂ ਤੇ ਲੜਾਈ ਲੜ ਰਹੀ ਹੈ। ਤੁਸੀਂ ਕੀ ਕਹੋਗੇ ਇਸ ਮੁੱਦੇ ਤੇ? ਜੀ ਸਿੱਧੂ ਸਾਹਿਬ, ਬਹੁਤ ਅੱਛੇ ਸਵਾਲ ਨੇ। ਮੈਂ ਕਹਿਣਾ ਕਿ ਇਹਨਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ। ਔਰ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਅੱਜ ਤੱਕ ਇਹ ਸਮਝਣੀ ਚਾਹੀਦੀ ਹੈ ਕਿ 4 ਮਹੀਨੇ ਸਾਡੇ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ ਹੋ ਗਏ, 4 ਮਹੀਨਿਆਂ ਤੋਂ ਉੱਪਰ ਹੋ ਗਿਆ। ਸੋ ਉਸ 4 ਮਹੀਨਿਆਂ ਦੌਰਾਨ ਕੀ ਸਭ ਤੋਂ ਵੱਧ ਕਿਹੜਾ ਮੁੱਖ ਮੰਤਰੀ ਜਾਂ ਕਿਹੜੀ ਪਾਰਟੀ ਦਾ ਲੀਡਰ, ਚਾਹੇ ਕਾਂਗਰਸ ਦਾ ਲੀਡਰ ਹੋਵੇ, ਚਾਹੇ ਆਪਣੇ ਕੈਪਟਨ ਸਾਹਿਬ ਹੋਣ, ਜਾਂ ਅਕਾਲੀ ਦਲ ਦੇ ਪ੍ਰਧਾਨ ਹੋਣ ਸੁਖਬੀਰ ਬਾਦਲ ਜੀ, ਕਿਹੜੇ ਉੱਥੇ ਜਾ ਕੇ ਉਹਨਾਂ ਨੂੰ ਕਿਸਾਨਾਂ ਨੂੰ ਫੇਸ ਕੀਤਾ? ਕਿਹੜੇ ਲੋਕਾਂ ਨੇ? ਜਾਂ ਤਾਂ ਕੇਜਰੀਵਾਲ ਜੀ ਨੇ ਕੀਤਾ ਹੁਣ ਤੱਕ ਲਗਾਤਾਰ, ਚਾਹੇ ਉਹ ਟਾਇਲਟਸ ਦਾ ਮਸਲਾ ਹੋਵੇ ਕਿਸਾਨਾਂ ਦਾ, ਚਾਹੇ ਵਾਈਫਾਈ ਦਾ ਮਸਲਾ ਹੋਵੇ, ਚਾਹੇ ਕੋਈ ਹੋਰ ਬੁਨਿਆਦੀ ਸਹੂਲਤਾਂ ਦਾ ਉੱਥੇ ਜਿਹੜੀਆਂ ਸੀਗੀਆਂ ਕੀਤੀਆਂ ਜਾਣ, ਉਹਦਾ ਮਸਲਾ ਹੋਵੇ। ਔਰ ਇੱਥੋਂ ਤੱਕ ਕਿ ਕੇਂਦਰ ਸਰਕਾਰ ਜਦੋਂ ਉਹਨਾਂ ਨੂੰ ਕਹਿੰਦੀ ਸੀ ਕਿ ਅਸੀਂ ਗਰਾਊਂਡਸ ਨੂੰ ਜੇਲ੍ਹਾਂ ਬਣਾਵਾਂਗੇ, ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਲਿਖ ਕੇ ਬਕਾਇਦਾ ਦਿੱਤਾ ਔਰ ਜੇਲ੍ਹਾਂ ਨਹੀਂ ਬਣ ਦਿੱਤੀਆਂ ਔਰ ਉਲਟਾ ਸਹੂਲਤਾਂ ਦਿੱਤੀਆਂ ਨੇ। ਜਦੋਂ 26 ਜਨਵਰੀ ਵਾਲੇ ਦਿਨ ਕੇਂਦਰ ਸਰਕਾਰ ਨੇ, ਬੀਜੇਪੀ ਦੀ ਸਰਕਾਰ ਨੇ ਉੱਥੇ ਇੱਕ ਛੜਯੰਤਰ ਰਚਿਆ ਸੀਗਾ, ਤਾਂ ਗਾਜ਼ੀਪੁਰ ਬਾਰਡਰ ਦੇ ਉੱਤੇ ਜਾ ਕੇ ਡਕੈਤ ਹੋਰਾਂ ਨਾਲ ਮੁਲਾਕਾਤ ਕਰਕੇ ਸਿਸੋਦੀਆ ਜੀ ਨੂੰ ਭੇਜਿਆ
ਕੇਜਰੀਵਾਲ ਜੀ ਨੇ, ਔਰ ਸਾਰੀ ਚਾਹੇ ਉਹ ਬਿਜਲੀ ਦੀ, ਪਾਣੀ ਦੀ, ਹਰ ਤਰ੍ਹਾਂ ਦੀ ਸਹੂਲਤ ਕਿਸਾਨਾਂ ਨੂੰ ਉੱਥੇ ਜਾ ਕੇ ਕਿਹੜੇ ਪਾਰਟੀ ਨੇ ਦਿੱਤੀ ਸਾਰੇ ਜਾਣਦੇ ਨੇ। ਮੇਰਾ ਕਹਿਣ ਦਾ ਮਤਲਬ ਹੈ ਕਿ ਬੱਚਾ ਬੱਚਾ ਇਸ ਗੱਲ ਤੋਂ ਜਾਣੂ ਹੈ। ਔਰ ਪਿਛਲੇ ਤੁਸੀਂ ਬਾਘਾ ਪੁਰਾਣੇ ਦੀ ਤੁਸੀਂ ਦੇਖੋਗੇ ਕਿ ਐਡੀ ਵੱਡੀ ਕਾਨਫਰੰਸ ਹੋਈ ਔਰ ਕਿਸਾਨਾਂ ਦੇ ਪੱਖ ਦੇ ਵਿੱਚ ਕਿਹੜਾ ਕਿਸਾਨ ਹੈ, ਚਾਹੇ ਉਹ ਤੁਸੀਂ ਦੇਖੋਗੇ ਕਲੇਰ ਸਾਹਿਬ ਕਿਸਾਨਾਂ ਦੀ ਗੱਲ ਕਰ ਰਹੇ ਨੇ। ਮੈਂ ਪੁੱਛਣਾ ਚਾਹੁੰਦਾ ਵੀ ਕਿਸਾਨਾਂ ਦੇ ਨਾਂ ਦੇ ਉੱਤੇ ਕਿਉਂ ਤੁਸੀਂ ਲੁੱਟ ਮਚਾਈ ਹੈ? ਹੁਣ ਤੱਕ ਕਿਸਾਨੀ ਦੇ ਨਾਂ ਦੇ ਉੱਤੇ ਜਾਂ ਪੰਥ ਦੇ ਨਾਂ ਦੇ ਉੱਤੇ ਅਕਾਲੀ ਦਲ ਆਪਣਾ ਰਾਜ ਕਰਦਾ ਰਿਹਾ ਹੈ। ਨਾ ਤਾਂ ਇਹਨਾਂ ਨੂੰ ਪੰਥ ਦੀ ਫਿਕਰ ਹੈ, ਨਾ ਕਿਸਾਨਾਂ ਦੀ ਫਿਕਰ ਹੈ। ਤੁਸੀਂ ਦੱਸੋ ਵੀ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਸੁਖਬੀਰ ਬਾਦਲ ਜੀ ਕਿੱਧਰ ਦੇ ਕਿਸਾਨ ਨੇ? ਉਹ ਤਾਂ ਵਪਾਰੀ ਬੰਦੇ ਨੇ, ਵਪਾਰੀ ਲੋਕ ਨੇ, ਠੀਕ ਹੈ ਨਾ। ਪੰਜਾਬ ਨੂੰ ਲੁੱਟ ਕੇ ਅਰਬਾਂ ਖਰਬਾਂ ਰੁਪਈਆ ਕਮਾ ਗਏ, ਉਹਦੇ ਸਹਾਰੇ ਰਾਜ ਸੱਤਾ ਭੋਗ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਸੱਚੀ ਮੁੱਚੀ ਕਿਸਾਨਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਜਾ ਕੇ ਤਾਂ ਦੇਖੋ ਨਾ ਉੱਥੇ ਕਿਸਾਨਾਂ ਦੇ ਵਿੱਚ। ਰਵਨੀਤ ਬਿੱਟੂ ਜੀ ਗਏ ਸੀਗੇ ਕਿਸਾਨਾਂ ਦੇ ਵਿੱਚ, ਉਹ ਉੱਥੇ ਫੇਸ ਨਹੀਂ ਕਰ ਪਾਏ। ਸੋ ਇਹ ਕਿਸਾਨ ਸਾਰਾ ਇਸ ਵੇਲੇ ਪੰਜਾਬ ਦੇ ਲੋਕ ਕਿਸਾਨ ਕੌਣ ਹੈ ਔਰ ਕੌਣ ਨਹੀਂ ਹੈ ਕਿਸਾਨ, ਉਹਨੂੰ ਸਮਝ ਰਹੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਕਿਹੜੀ ਪਾਰਟੀ ਸਭ ਤੋਂ ਵੱਧ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਉਹ ਵੀ ਉਹ ਸਾਰੇ ਜਾਣੂ ਨੇ। ਔਰ ਤੁਸੀਂ ਭਗਵੰਤ ਮਾਨ ਜੀ ਦੀ ਗੱਲ ਕੀਤੀ ਅਕਲੇਸ਼ ਸਾਹਿਬ ਨੇ, ਭਗਵੰਤ ਮਾਨ ਜੀ ਨੇ ਡਿਟੇਲ ਦੇ ਵਿੱਚ ਕੱਲੀ ਗੱਲ ਪ੍ਰੈਸ ਕਾਨਫਰੰਸ ਦੇ ਰਾਹੀਂ ਇਹਦਾ ਜਵਾਬ ਦਿੱਤਾ ਹੋਇਆ ਹੈ। ਉਹਦੇ ਵਿਸਤਾਰ ਦੇ ਵਿੱਚ ਮੈਂ ਨਹੀਂ ਜਾਵਾਂਗਾ। ਔਰ ਸਾਰੀਆਂ ਚੀਜ਼ਾਂ ਫੇਸਬੁੱਕ ਤੇ ਪਈਆਂ ਨੇ ਔਰ ਉਹਨਾਂ ਦੀ ਲਾਈਵ ਸਾਰੀ ਚੀਜ਼ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਉਹ ਪਈ। ਸੋ ਦੂਸਰੀ ਗੱਲ ਜਿਹੜੀ ਕਰ ਰਹੇ ਨੇ ਕਿ ਜਿਹੜੇ ਵਿਧਾਨ ਸਭਾ ਦੇ ਵਿੱਚ ਅਸੀਂ ਵਿਰੋਧ ਨਹੀਂ ਕੀਤਾ, ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕੋਈ ਸਭ ਤੋਂ ਵੱਧ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਹੋਇਆ ਔਰ ਲਗਾਤਾਰ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ, ਇਹ ਨਹੀਂ ਕਿ ਆਮ ਸੈਸ਼ਨ ਦੇ ਵਿੱਚ ਕੇਜਰੀਵਾਲ ਜੀ ਨੇ ਸਪੈਸ਼ਲ ਸੈਸ਼ਨ ਬੁਲਾਇਆ ਔਰ ਉਸ ਸੈਸ਼ਨ ਦੇ ਵਿੱਚ ਇਹਦਾ ਵਿਰੋਧ ਵੀ ਲਿਖਾਇਆ ਗਿਆ ਔਰ ਇਹਨਾਂ ਕਾਲੇ ਕਾਨੂੰਨਾਂ ਦੇ ਨੂੰ ਫਾੜ ਕੇ ਬਕਾਇਦਾ ਤੌਰ ਤੇ ਇਹਨੂੰ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਮੰਨਦੇ। ਸੋ ਇਹ ਗੱਲਾਂ ਆਪਣੀ ਗੱਲ ਕਹਿਣਾ ਚਾਹੁੰਦੇ ਆ ਡਾਕਟਰ ਸਾਹਿਬ। ਥੈਂਕ ਯੂ ਵੈਰੀ ਮਚ। ਕਲੇਸ਼ ਜੀ ਪਲੀਜ਼। ਜਗਤਾਰ ਜੀ ਦੇਖੋ, ਮੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਵਕੀਲ ਕਿਉਂ ਪੇਸ਼ ਹੋਏ ਜਵਾਬ ਨਹੀਂ ਦਿੱਤਾ। ਔਰ ਕਿਸਾਨਾਂ ਦੇ ਨਾਂ ਤੇ ਲੁੱਟਣ ਦੀ ਗੱਲ ਕਰਦੇ ਨੇ। ਇਹਨਾਂ ਨੂੰ ਪੁੱਛੋ ਬਾਘਾ ਪੁਰਾਣਾ ਦੇ ਵਿੱਚ ਕਿਸਾਨ ਮਹਾ ਪੰਚਾਇਤ ਇਹਨਾਂ ਨੇ ਕੀਤੀ, ਉੱਥੇ ਇੱਕ ਡੱਬਾ ਲਾਇਆ ਆਪਣੀ ਪਾਰਟੀ ਦਾ ਫੰਡ ਰੇਜ਼ਰ ਕਰਨ ਲਈ ਕਿ ਆਮ ਆਦਮੀ ਪੁਰਾਣੀ ਅਕਾਲੀ ਦਲ ਨਾਲ ਕੰਪੇਅਰ ਨਾ ਕਰੋ। ਕਿਤੇ ਲਿਖਿਆ ਕਿ ਆਹ ਫੰਡ ਕਿਸਾਨਾਂ ਨੂੰ ਦਿੱਤਾ ਜਾਊਗਾ। ਜਿਹੜੀ ਦਿੱਲੀ ਦੀ ਸੜਕਾਂ ਦੇ ਉੱਤੇ ਕਿੱਲ ਠੋਕੇ ਕੇ ਤਾਰਾਂ ਲਾਈਆਂ ਗਈਆਂ, PWD ਮਹਿਕਮੇ ਨੇ ਲਾਈਆਂ। PWD ਮਹਿਕਮਾ ਕਿਹਦਾ ਉਹ ਦੱਸ ਦੇਣ ਲੋਕਾਂ ਨੂੰ। ਦਿੱਲੀ ਜਿਹੜੇ ਵਕੀਲ ਪੇਸ਼ ਹੋਏ ਕਿਉਂ ਪੇਸ਼ ਹੋਏ ਉਹ ਦੱਸ ਦੇਣ। ਆਪਣੀ ਗੱਲ ਦਾ ਜਵਾਬ ਨਹੀਂ ਦੇਣਗੇ, ਦੋਗਲੀ ਸਿਆਸਤ ਕਰਦੇ ਨੇ। ਸਗੋਂ ਜਿਹੜੀਆਂ ਜ਼ਮਾਨਤਾਂ ਹੋਈਆਂ ਨੇ ਦਿੱਲੀ ਗਵਰਨਮੈਂਟ ਦੀ ਸਹਾਇਤਾ ਨਾਲ ਹੋਈਆਂ ਨੇ। ਦਿੱਲੀ ਗਵਰਨਮੈਂਟ ਨੇ ਵਿਰੋਧ ਕੀਤਾ। ਕਿਰਪਾ ਕਰਕੇ ਕਿਸਾਨ ਬਾਹਰ ਆਏ ਨੇ, ਐਵੇਂ ਨਹੀਂ ਆ ਗਏ। ਦਿੱਲੀ ਦੇ ਵਕੀਲ ਵਿਰੋਧ ਕਰਦੇ ਰਹੇ ਨੇ ਉੱਥੇ। ਬਿਲਕੁਲ ਵੀ ਨਹੀਂ, ਬਿਲਕੁਲ ਨਹੀਂ, ਕਿਤੇ ਵੀ ਕੋਈ ਵੀ ਕਿਸਾਨ ਜਿਹੜਾ ਇਹ ਨਹੀਂ ਕਹਿ ਸਕਦਾ ਕਿ ਸਾਡਾ ਵਿਰੋਧ ਹੋਇਆ। ਇੱਕ ਵੀ ਤੁਸੀਂ ਮੈਨੂੰ ਸਿੱਧੂ ਸਾਹਿਬ ਇੱਕ ਵੀ ਕਿਸਾਨ ਦਿਖਾ ਦਿਓ ਜਿਹਨੇ ਬਾਹਰ ਆ ਕੇ ਇਹ ਕਿਹਾ ਹੋਵੇ ਕਿ ਜੀ ਮੈਨੂੰ ਤੁਸੀਂ ਇਹ ਗਲਤ ਹੋਇਆ। ਔਰ ਸਰਕਾਰ ਨੇ ਬਕਾਇਦਾ ਤੌਰ ਤੇ ਸਾਰਾ ਕੁਝ ਇਹ ਫੈਕਟ ਤਾਲੀਬਾਨ ਸਾਹਿਬ ਦੇ ਲਾਸਟ ਪੇਸ਼ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਇਸ ਟਾਈਮ ਗਲਤ ਬਿਆਨੀ ਕਰ ਰਹੇ ਨੇ। ਓਕੇ, ਤੁਹਾਡਾ ਵਿਊ ਪੁਆਇੰਟ ਆ ਗਿਆ ਦੋਨਾਂ ਦਾ ਜੀ। ਕਲੇਸ਼ ਜੀ, ਡਾਕਟਰ ਭੀਮਿੰਦਰ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਤਾਲੀਬਾਨ ਸਾਹਿਬ ਦੇ ਲਾਸਟ ਕਮੈਂਟ, ਤਾਲੀਬਾਨ ਸਾਹਿਬ ਬੀਇੰਗ ਅ ਜਰਨਲਿਸਟ, ਤੁਹਾਡੇ ਤੋਂ ਮੈਂ ਕਮੈਂਟਸ ਲੈਣਾ ਚਾਹੁੰਦਾ ਹੈ। ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਭਾਜਪਾ ਦਾ ਜਿਹੜਾ ਸਟੈਂਡ ਹੈ ਜੋ ਸਪਸ਼ਟ ਹੈ, ਸਾਰਿਆਂ ਨੂੰ ਆਪਣੇ ਜਿਸ ਤਰੀਕੇ ਨਾਲ ਲੜੀ ਜਾ ਰਹੀ ਹੈ ਉਹ ਹਾਈ ਹੈ। ਪਰ ਕਿਧਰੇ ਭਾਜਪਾ ਦੇ ਅੰਦਰ ਇੱਕ ਹਿੱਸੇ ਵੱਲੋਂ ਇਸ ਤੇ ਕਾਫੀ ਜ਼ਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਨੀਤੀ ਦੇ ਨਾਲ ਭਾਜਪਾ ਇਸ ਦੇਸ਼ ਦੇ ਵਿੱਚ ਲੋਕਾਂ ਦਾ ਮਨ ਨਹੀਂ ਜਿੱਤ ਰਹੀ। ਕਿਤੇ ਵਿਰੋਧ ਵੀ ਖਾਤੋਂ ਤੇ ਪੰਜਾਬ ਦੇ ਕਈ ਮੈਂ ਦੇਖਿਆ ਕਿ ਭਾਜਪਾ ਦੇ ਸੀਨੀਅਰ ਆਗੂ ਹੈ ਜਿਹੜੇ ਖੇਤੀ ਮੁੱਦੇ ਤੇ ਮੀਡੀਆ 'ਚ ਆਉਣ ਤੋਂ ਵੀ ਗਰੇਜ਼ ਕਰ ਰਹੇ ਇਸ ਵੇਲੇ। ਜੀ ਧਾਲੀਵਾਲ ਜੀ, ਕਿਵੇਂ ਲੱਗਦਾ ਹੈ? ਦੇਖੋ, ਭਾਜਪਾ ਇਕੱਲੇ ਪੰਜਾਬ ਵਿੱਚ ਹੀ ਨਹੀਂ, ਸਾਰੇ ਉੱਤਰੀ ਭਾਰਤ ਦੇ ਵਿੱਚ ਆਈਸੋਲੇਟ ਹੋਈ ਹੈ ਇਸ ਇਸ਼ੂ ਤੇ। ਮੈਨੂੰ ਲੱਗ ਰਿਹਾ ਕਿ ਜਿਹੜੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਨੇ ਉਹਦੇ 'ਚ ਭਾਜਪਾ ਨੂੰ ਬਹੁਤ ਵੱਡੀ ਕੀਮਤ ਦੀ ਉਤਾਰਨੀ ਪੈਣੀ ਹੈਗੀ। ਜਿਹੜੀਆਂ ਪਿਛਲੀਆਂ ਚੋਣਾਂ ਭਾਜਪਾ ਨੇ ਜਿੱਤੀਆਂ ਸੀਗੀਆਂ ਉਹ ਉੱਤਰ ਪ੍ਰਦੇਸ਼ ਵਿੱਚ ਸਿਰਫ ਤੇ ਸਿਰਫ ਜਾਟ ਕਮਿਊਨਿਟੀ ਦੇ ਸਿਰ ਤੇ ਜਿੱਤੀਆਂ ਸੀ। ਜਾਟ ਕਮਿਊਨਿਟੀ ਨੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਮੱਤ ਕੀਤੀ ਸੀ। ਜਿਹੜੀ ਜਾਟ ਕਮਿਊਨਿਟੀ ਪਹਿਲਾਂ ਚਰਨ ਸਿੰਘ ਨਾਲ ਖੜਦੀ ਸੀ ਜਾਂ ਚਰਨ ਸਿੰਘ ਦੇ ਮੁੰਡੇ ਨਾਲ ਖੜਦੀ ਸੀ ਅਜੀਤ ਸਿੰਘ ਨਾਲ, ਉਹ ਤੋਂ ਵੀ ਕਿਨਾਰਾ ਕਰ ਗਈ ਸੀ। ਈਵਨ ਅਜੀਤ ਸਿੰਘ ਵੀ ਸ਼ਾਇਦ ਮੇਰਾ ਖਿਆਲ ਹੈ ਕਿ ਚੋਣ ਹਾਰ ਗਏ ਸੀ ਲੋਕ ਸਭਾ ਦੀ ਸ਼ਾਇਦ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ
ਤੁਸੀਂ ਦੇਖੋ ਵੀ ਹਰਿਆਣੇ ਵਿੱਚ ਪੈਰ ਨਹੀਂ ਲੱਗ ਰਹੇ ਭਾਜਪਾ ਦੇ। ਪਿਛਲੇ 6 ਮਹੀਨਿਆਂ ਤੋਂ ਭਾਜਪਾ ਦੀਆਂ ਸਾਰੀਆਂ ਗਤੀਵਿਧੀਆਂ ਬੰਦ ਨੇ, ਕਿਤੇ ਬਾਹਰ ਜਾ ਨਹੀਂ ਸਕਦੇ, ਫੰਕਸ਼ਨ ਨਹੀਂ ਕਰ ਸਕਦੇ। ਉੱਤਰ ਪ੍ਰਦੇਸ਼ ਵਿੱਚ ਵੀ ਇਹੀ ਹਾਲ ਹੈ, ਉੱਤਰਾਖੰਡ ਵਿੱਚ ਵੀ ਇਹੀ ਹਾਲ ਹੈਗਾ। ਸੋ ਮੈਨੂੰ ਲੱਗਦਾ ਕਿ ਭਾਜਪਾ ਨੂੰ ਜਿਹੜਾ ਕਿਸਾਨ ਅੰਦੋਲਨ ਆ ਉਹਨੇ ਬਹੁਤ ਵੱਡੀ ਸੱਟ ਮਾਰੀ ਹੈ। ਉੱਤਰੀ ਭਾਰਤ ਵਿੱਚ ਜਿਹੜੀ ਉਹਦੀ ਚੜ੍ਹਤ ਹੋਈ ਸੀ ਪਿਛਲੇ ਸਮੇਂ ਵਿੱਚ, ਉਹ ਤੇ ਬਹੁਤ ਵੱਡੀ ਰੋਕ ਲੱਗੀ ਹੈਗੀ ਹੈ। ਆਉਣ ਵਾਲੇ ਦਿਨਾਂ ਵਿੱਚ ਜਿਹੜੀ ਠੀਕ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਭਾਜਪਾ ਦੇ ਅੰਦਰ ਬਹੁਤ ਵੱਡੀ ਬੇਚੈਨੀ ਹੈਗੀ। ਭਾਜਪਾ ਦੀ ਕਾਫੀ ਵੱਡੀ ਧਿਰ ਹੈਗੀ ਜਿਹੜੀ ਪੰਜਾਬ ਵਿੱਚ, ਕਾਫੀ ਨੇਤਾ ਹੈਗੇ ਨੇ ਜਿਹੜੇ ਕਿ ਪ੍ਰਾਈਵੇਟਲੀ ਤੌਰ ਤੇ ਕਹਿ ਰਹੇ ਨੇ ਕਿ ਯਾਰ ਸਾਥੋਂ ਗਲਤ ਨੀਤੀ ਲਾਈਨ ਲਈ ਗਈ ਹੈ, ਉਹ ਲਾਈਨ ਅਸੀਂ ਗਲਤ ਲੈ ਲਈ ਜਿਹੜੀ, ਹੁਣ ਅਸੀਂ ਉਹ ਤੋਂ ਵਾਪਸ ਮੁੜ ਨਹੀਂ ਸਕਦੇ। ਬਾਕੀ ਕੇਂਦਰ ਸਰਕਾਰ ਦਾ ਵੀ ਦਬਾਅ ਹੈਗਾ ਭਾਜਪਾ ਤੇ ਬਹੁਤ ਜ਼ਿਆਦਾ, ਕਿਉਂਕਿ ਭਾਜਪਾ ਇੱਕ ਇਹੋ ਜਿਹੀ ਪਾਰਟੀ ਹੈ ਜਿਹਦੇ ਵਿੱਚ ਕਾਡਰ ਇੱਕ ਤਰ੍ਹਾਂ ਦੀ ਇਹ ਲੈਫਟ ਪਾਰਟੀ ਵਾਂਗ ਕਾਡਰ ਬੇਸ ਪਾਰਟੀ ਹੈਗੀ। ਇਹਦਾ ਵੀ ਜਿਹੜਾ ਤੁਸੀਂ ਵਿਰੋਧ ਕਰੋਗੇ ਜੇ ਪਾਰਟੀ 'ਚ ਤਾਂ ਤੁਹਾਨੂੰ ਆਈਸੋਲੇਟ ਕੀਤਾ ਜਾਂਦਾ, ਬਾਹਰ ਕਰਤਾ ਜਾਂਦਾ, ਇੱਕੋ ਦਮ ਹੀ ਬਾਹਰ ਹੋ ਜਾਂਦੇ ਹੋ। ਤੋ ਇਸ ਕਰਕੇ ਭਾਜਪਾ ਤੋਂ ਗਲਤ ਲਾਈਨ ਲਈ ਗਈ ਹੈ, ਪੰਜਾਬ ਵਿੱਚ ਵੀ ਲਈ ਗਈ ਹੈ, ਹੋਰ ਥਾਂ ਤੇ ਲਈ ਗਈ ਹੈ, ਪਰ ਉਹਦਾ ਭਾਜਪਾ ਨੂੰ ਰਾਜਨੀਤਿਕ ਨੁਕਸਾਨ ਝੱਲਣਾ ਹੀ ਪੈਣਾ ਆਉਣ ਵਾਲੇ ਸਮੇਂ ਵਿੱਚ। ਓਕੇ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਧਾਲੀਵਾਲ ਸਾਹਿਬ, ਡਾਕਟਰ ਪੀਵਿੰਦਰ, ਕਲੇਸ਼ ਜੀ ਤਿੰਨਾਂ ਦਾ ਧੰਨਵਾਦੀ ਹਾਂ। ਬਹਿਸ ਦੇ ਵਿੱਚ ਆਪੋ ਆਪਣੀ ਰਾਏ ਹੋਣੀ ਸੁਭਾਵਿਕ ਹੈ, ਪਰ ਇਹ ਗੱਲ ਜ਼ਰੂਰ ਹੈ ਕਿ ਖੇਤੀ ਮੁੱਦਿਆਂ ਨੂੰ ਲੈ ਕੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਦੇਸ਼ ਦੀਆਂ ਸਾਰੀ ਰਾਜਸੀ ਧਿਰਾਂ ਉਸ ਦੀ ਹਮਾਇਤ ਤੇ ਉਤਰੀਆਂ ਹੋਈਆਂ ਹੈ। ਪਰ ਇਹ ਗੱਲ ਵੀ ਸਪਸ਼ਟ ਹੈ ਜੇ ਰਾਜਸੀ ਧਿਰਾਂ ਆਪਣਾ ਏਜੰਡਾ ਛੱਡ ਕੇ ਕਿਸਾਨੀ ਅੰਦੋਲਨ ਦੇ ਮੁੱਦੇ ਤੇ ਇੱਕ ਮੁੱਠਤਾ ਦਾ ਪ੍ਰਗਟਾਵਾ ਕਰਨਗੀਆਂ ਤਾਂ ਇਸ ਦੇ ਨਤੀਜੇ ਜਿੱਥੇ ਚੰਗੇ ਨਿਕਲਣਗੇ, ਛੇਤੀ ਸਾਹਮਣੇ ਆਉਣਗੇ, ਉੱਥੇ ਸ਼ਾਇਦ ਭਾਜਪਾ ਨੂੰ ਵੀ ਹੋਰ ਬਹੁਤੀ ਦੇਰ ਲਈ ਇਸ ਬਾਰੇ ਫੈਸਲਾ ਲੈਣ ਦੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਏਗੀ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।